सिख सतगुरु के प्यारियो, गावो सच्ची बाणी। बाणी तां गावो गुरु केरी, बाणियां सिर बाणी। जिनको नदर करम होवै, हिरदै तना समाणी। पीव अमृत सदा रहो हर रंग, जप्यो सारंग पाणी। कह नानक सदा गावो, एह सच्ची बाणी। बिन सतगुर किने ना पायो, बिन सतगुर किने न पाया। सतगुर विच आप रखियो, कर प्रगट आख सुनाया। सतगुर मिले सदा मुक्त है, जिन विचों मोह चुकाया। उत्तम ए विचार है, जिन सच्चे स्यों चित लाया। जग जीवन दाता पाया, उत्तम ए विचार है। जिन सच्चे स्यों चित लाया, जग जीवन दाता पाया। परम सन्मान योग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जी, धन गुरु ग्रंथ साहब जी के पहले प्रकाश पुरब नूं समर्पित अज का यह विशेष गुरमत समागम, जिस विच आपां सारे हाज़री भर रहे हाँ। गुरुदेव जी की पावन गोद विच बैठ के सवेर तो लैके हुण तक जिथे गुरबाणी का कीर्तन आप जी ने मेरे तो पहला बहुत प्यार नाल सत्कारयोग भाई साहब होना दे जथे पासों सरवण किया है। आओ सिख धर्म के बानी धन गुरु नानक साहब सच्चे पातशाह महाराज जी की रसना तो उचारण की हुई पौड़ी, जिसका पाठ आप सारिਆਂ ने ही बड़े प्यार नाल सरवण किया है। ये पावन पौड़ी जो आसा राग विच वार है, जिन्हों असी आसा की वार कहने हाँ, जोड़ी अमृत वेले सवेरे दरबार साहिब तो भी ते वाकई इतिहासक गैर इतिहासक गुरुद्वारियां विच भी सवेरे अमृत वेले जिसका गायन हुंदा है। उस वार विचों 6 नंबर पौड़ी है, 466 नंबर अंक है गुरु ग्रंथ साहब जी का। जिथे आपां इतिहासक विचारां की सांझ करनी, उत्थे नाल नाल पावन पौड़ी दियां विचारां नूं बड़े प्यार नाल सरवण करना है। विचारां की आरंभता तो पहला एक दो जरूरी बेनतियां जिहड़ियां मैं अपने वल्लों करनियां जरूरी समझदा हाँ कि पंडाल बहुत वधिया प्रबंधक वीरां ने बनाया है। ਜਿਹੜੇ मेरे वीर बिना सेवा तो इधर उधर बाहर खलोते ने जां गल्लां बातां कर रहे ने, वो अंदर आण के नमस्कार करके गुरु की हजूरी विच बैठो, क्योंकि ये गुरमत समागम है।
ਅਸੀਂ ਘਰਾਂ ਵਿੱਚੋਂ ਸਮਾਂ ਕੱਢ ਕੇ ਆਏ ਹਾਂ ਤੇ ਸਾਡਾ ਫਰਜ਼ ਬਣਦਾ ਸੀ ਬੜੇ ਪਿਆਰ ਨਾਲ ਟਿਕਾ ਵਿੱਚ ਬੈਠ ਕੇ ਗੁਰੂ ਦੀ ਗੋਦ ਵਿੱਚ ਇਹ ਵਿਚਾਰਾਂ ਕੀਰਤਨ ਸਰਵਣ ਕਰੀਏ। ਆਓ, ਆਸ ਹੈ ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੜੇ ਅਦਬ ਨਾਲ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਇੱਕ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ ਰਲ ਕੇ ਪੌੜੀ ਦੀਆਂ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਇੱਕ ਵਾਰ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲਗਭਗ ਇਹ ਪੌੜੀ ਯਾਦ ਹੋਣੀ ਹੈ ਸਾਰਿਆਂ ਨੂੰ, ਕਿਉਂਕਿ ਸੁਣ ਸੁਣ ਕੇ ਸਾਨੂੰ ਆਸਾ ਕੀ ਵਾਰ ਦੀਆਂ ਇਹ ਪੌੜੀਆਂ ਸ਼ਲੋਕ ਲਗਭਗ ਸਾਨੂੰ ਯਾਦ ਨੇ। ਤਾਂ ਕੋਈ ਇੱਦਾਂ ਦੀ ਰਸਨਾ ਨਾ ਰਵੇ ਜਿਹੜੀ ਪੜ੍ਹੇ ਨਾ। ਸਾਰਿਆਂ ਨੂੰ ਬੇਨਤੀ, ਬੜੇ ਪਿਆਰ ਨਾਲ ਬਾਣੀ ਗਾਉਣੀ ਹੈ, ਫਿਰ ਆਪਾਂ ਰਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਸਾਰੀ ਸੰਗਤ ਹਾਜ਼ਰੀ ਲਵਾਓ ਜੀ। ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ, ਵਾਹ ਵਾਹ, ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਆ, ਵਾਹ ਵਾਹ, ਬਿਨ ਸਤਿਗੁਰ ਕਿਨੈ ਨਾ ਪਾਇਆ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ, ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ, ਕਰ ਪ੍ਰਗਟ ਆਖ ਸੁਣਾਇਆ, ਕਰ ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ, ਜਗ ਸਤਿਗੁਰ ਮਿਲਿਆ ਸਦਾ ਮੁਕਤ ਹੈ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਜਿਨ ਵਿੱਚੋਂ ਮੋਹ ਚੁਕਾਇਆ, ਜਿਨ, ਵਾਹ ਵਾਹ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ, ਜਗ उत्तम ए विचार है, उत्तम ए विचार है, जिन सचे स्यों चित लाया, जिन सचे स्यों चित लाया, जिन जग जीवन दाता पाया, जग जीवन दाता पाया, जग जीवन, जग जीवन दाता पाया, जग जीवन दाता पाया,
ਜਗਤ ਨੂੰ ਜੀਵਨ ਦੇਣ ਵਾਲਾ ਦਾਤਾ, ਜਿਹਨੇ ਪਾ ਲਿਆ। ਬੜਾ ਕੀਮਤੀ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਦਾ। ਸਮਾਜ ਦੇ ਕਿਸੇ ਬੰਦੇ ਨੂੰ ਪੁੱਛੋ, ਤੁਸੀਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਕੀ ਮਿਥੇ? ਤੇ ਆਮ ਸਾਡੇ ਸਮਾਜ ਵਿੱਚ 3 ਗੱਲਾਂ ਮੇਨ ਮੰਨੀਆਂ ਜਾਂਦੀਆਂ ਨੇ ਵੀ ਬੰਦੇ ਕੋਲ ਰਹਿਣ ਲਈ ਘਰ ਹੋਵੇ, ਖਾਣ ਲਈ ਚੰਗਾ ਭੋਜਨ ਹੋਵੇ, ਤੇ ਇੱਕ ਦੂਜੇ ਸ਼ਹਿਰ ਜਾਣ ਵਾਸਤੇ ਮਨੁੱਖ ਦੇ ਕੋਲ ਚੰਗੇ ਸਾਧਨ ਹੋਣ। ਇਹ ਆਮ ਮਨੁੱਖ ਦੀਆਂ ਬੇਸਿਕ ਗੱਲਾਂ ਜਿਹੜੀਆਂ ਨੇ, ਕਹਿੰਦਾ ਵੀ ਇਹ ਹੋ ਜਾਣ ਤੇ ਇਹਦਾ ਮਤਲਬ ਬੰਦੇ ਦਾ ਜੀਵਨ ਮੁਕੰਮਲ ਹੈ। ਤੁਹਾਡੇ ਵਿੱਚ ਕਈ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਬੈਠੇ ਹੋਣੇ ਨੇ। ਸ਼ਲੋਕ ਵਾਰਾਂ ਤੇ ਵਧੇਕ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਪੜ੍ਹੇ ਨੇ, ਕਿਉਂਕਿ ਅਕਸਰ ਤੇ ਜਦੋਂ ਸਾਡੇ ਘਰਾਂ 'ਚ ਅਖੰਡ ਪਾਠ ਰੱਖਿਆ ਜਾਂਦਾ, ਜਦੋਂ ਇਹ ਸ਼ਲੋਕਾਂ ਦੀ ਵਾਰੀ ਆਉਂਦੀ ਹੈ ਉਦੋਂ ਤੱਕ ਤੇ ਅਜੇ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਏ ਵੀ ਨਹੀਂ ਹੁੰਦੇ। ਅਸੀਂ ਆਉਂਦੇ ਹਾਂ ਜਦੋਂ 1426 ਨੰਬਰ ਅੰਕ ਤੇ ਗੁਣ ਗੋਬਿੰਦ ਗਾਇਓ ਨਹੀਂ ਜਨਮਾਕਾਰਤ ਕੀਨ। ਪਟਾਂ ਦੇ ਸਵਈਏ ਕਦੋਂ ਲੰਘ ਗਏ, ਗਾਥਾ ਕਦੋਂ ਲੰਘ ਗਈ, ਫੁਨਹੇ ਕਦੋਂ ਲੰਘ ਗਏ, ਚੌ ਬੋਲੇ ਕਦੋਂ ਲੰਘ ਗਏ। ਉਸ ਬਾਣੀ ਨਾਲ ਕੋਈ ਮਤਲਬ ਨਹੀਂ। ਜਦੋਂ ਵਾਰੀ ਆਈ 9ਵੇਂ ਪਾਤਸ਼ਾਹ ਦੇ ਸ਼ਲੋਕਾਂ ਦੇ, ਇੱਕਦਮ ਧਿਆਨ ਜਾਂਦਾ ਵੀ ਹੁਣ 15-20 ਮਿੰਟਾਂ ਦੀ ਖੇਡ ਹੈ ਸਾਰੀ, ਹੁਣ ਜ਼ਿਆਦਾ ਚਿਰ ਬਹਿਣਾ ਨਹੀਂ ਪੈਣਾ। ਥੀਏਟਰ 'ਚ ਮੂਵੀ ਲੱਗੀ ਹੋਵੇ ਤੇ ਪੁੱਛਿਆ ਜਾਂਦਾ ਹੈ ਵੀ ਕਿੰਨੇ ਵਜੇ ਸ਼ੋਅ ਸ਼ੁਰੂ ਹੋਣਾ ਹੈ, ਤੇ ਆਮ ਪਰਿਵਾਰਾਂ ਨਾਲ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ 15 ਮਿੰਟ ਜਾ ਕੇ ਕੁਰਸੀਆਂ ਮੱਲ ਲਈਆਂ ਜਾਂਦੀਆਂ ਨੇ। ਸਮਾਗਮਾਂ ਦੇ ਉਲਟ ਪੁੱਛੇ ਜਾਂਦੇ ਨੇ ਇਹ ਸਮਾਪਤ ਕਦੋਂ ਹੋਣਾ ਹੈ। ਆਰੰਭ ਕੋਈ ਨਹੀਂ ਪੁੱਛਦਾ। ਪਹਿਲੇ 1-2 ਜਥਿਆਂ ਨੂੰ ਤੇ ਕਈ ਵਾਰੀ ਖਾਲੀ ਪੰਡਾਲਾਂ 'ਚ ਹੀ ਟਾਈਮ ਦੇਣਾ ਪੈਂਦਾ। ਸ਼ਾਇਦ ਤੁਸੀਂ ਇਸ ਮੇਰੀ ਗੱਲ ਨਾਲ ਸਹਿਮਤ ਹੋਵੋਗੇ। ਹੋਣਾ ਇਹ ਚਾਹੀਦਾ ਹੈ ਕਿ ਜਿਵੇਂ ਤੁਹਾਡੇ ਵਿੱਚ ਕਈ ਟੀਚਰ ਵੀਰ ਬੈਠੇ ਹੋਣੇ ਨੇ, ਮਗਰੋਂ ਟੀਚਰ ਜਾਂਦਾ ਹੈ, ਸਟੂਡੈਂਟ ਪਹਿਲਾਂ ਕਲਾਸਰੂਮ 'ਚ ਪਹੁੰਚ ਜਾਂਦੇ ਨੇ। ਜਦੋਂ ਟੀਚਰ ਜਾਂਦਾ ਉਦੋਂ ਸਟੂਡੈਂਟ ਖੜੇ ਹੋ ਕੇ ਉਹਨੂੰ ਸਤਿਕਾਰ ਦਿੰਦੇ, ਰਿਸਪੈਕਟ ਦਿੰਦੇ ਨੇ ਵੀ ਅਸੀਂ ਤੇਰੀ ਪੜ੍ਹਾਈ ਦੀ ਅਹਿਮੀਅਤ ਨੂੰ ਜਾਣਦੇ ਹਾਂ ਜੋ ਤੁਸੀਂ ਸਾਨੂੰ ਪੜ੍ਹਾਉਣਾ ਹੈ। ਐਸਾ ਨਹੀਂ ਹੁੰਦਾ ਵੀ ਟੀਚਰ ਪੜ੍ਹਾ ਰਿਹਾ ਹੋਵੇ ਤੇ ਵਿਦਿਆਰਥੀ ਹੌਲੀ ਹੌਲੀ 1 ਆ ਜਾਏ, ਫਿਰ 2 ਆ ਜਾਣ, ਫਿਰ 3 ਆ ਜਾਣ, ਫਿਰ 4 ਆ ਜਾਣ। ਹੁੰਦਾ ਨਾ, ਕਈ ਵਾਰੀ ਸਖਤ ਟੀਚਰ ਇਹ ਵੀ ਕਹਿ ਦਿੰਦੇ ਆ, ਕਾਕਾ ਤੂੰ ਕਲਾਸ ਤੋਂ 3 ਮਿੰਟ ਲੇਟ ਹੈ, ਤੇਰੀ ਸਜ਼ਾ ਇਹ ਹੈ, ਹੁਣ ਤੂੰ ਕਲਾਸ 'ਚ ਪ੍ਰਵੇਸ਼ ਨਹੀਂ ਕਰ ਸਕਦਾ। ਕਈਆਂ ਸਕੂਲਾਂ 'ਚ ਟੀਚਰਾਂ ਨੇ ਇਹ ਵੀ ਨਿਯਮ ਬਣਾਇਆ ਹੁੰਦਾ ਤਾਂ ਕਿ ਉਸ ਬੱਚੇ ਨੂੰ ਇਹ ਸਜ਼ਾ ਮਿਲੇ ਤੇ ਅਗਲੇ ਦਿਨ 3 ਮਿੰਟ ਕਲਾਸ 'ਚ ਬੋਲੋ ਜੀ ਪਹਿਲਾਂ ਹੋਵੇ। ਪਰ ਆਪਾਂ ਇੱਥੇ ਕਰ ਨਹੀਂ ਸਕਦੇ। ਆਪਾਂ ਤਾਂ ਤਰਲਾ ਹੀ ਲੈ ਸਕਦੇ ਹਾਂ। ਆਪਾਂ ਤਾਂ ਪੁਲਿਸ ਵਾਲੇ ਨੂੰ ਕਿਹੜਾ ਚਲਾਨ ਕੱਟ ਸਕਦੇ ਹਾਂ। ਆਪਾਂ ਤਰਲਾ ਹੀ ਲੈ ਸਕਦੇ ਹਾਂ, ਭਾਈ ਬੇਨਤੀ ਹੈ ਵੀ ਟਾਈਮ ਨਾ ਆ ਜਾਓ ਜੀ, ਵਕਤ ਨਾ ਆ ਜਾਓ। ਆਮ ਸਾਡੇ ਸਮਾਗਮਾਂ 'ਚ ਇਹੋ ਕੁਝ ਹੀ ਹੁੰਦਾ ਹੈ। ਤੁਸੀਂ ਕਿਸੇ ਘਰ ਪਾਠ ਰੱਖ ਲਓ ਤਾਂ ਹੀ ਅਸੀਂ ਦੋਹਰਾ ਪੜਾਂਗੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਮੰਨਣ ਦੀ ਗੱਲ ਤੇ ਬਾਅਦ ਵਿੱਚ ਆਏਗੀ, ਪਹਿਲਾਂ ਗੱਲ ਆਏਗੀ ਸੁਣਨ ਦੀ। ਜਿਸ ਇਨਸਾਨ ਨੇ ਜ਼ਿੰਦਗੀ ਵਿੱਚ ਕੋਈ ਗੱਲ ਸੁਣੀ ਨਹੀਂ, ਉਹਦੇ ਕੋਲੋਂ ਤੁਸੀਂ ਮੰਨਣ ਦੀ ਉਮੀਦ ਵੀ ਨਹੀਂ ਲਾ ਸਕਦੇ। ਜਿਹੜੀ ਗੱਲ ਪਹਿਲਾਂ ਕੰਨ ਸੁਣਦੇ ਨੇ ਫਿਰ ਜ਼ੁਬਾਨ ਬੋਲਦੀ ਹੈ, ਉਹ ਵਿਚਾਰ ਤੁਹਾਡੇ। ਤੁਸੀਂ ਕਦੀ ਵੇਖਿਓ ਜਿਹੜੇ ਬੱਚੇ ਗੂੰਗੇ ਹੋਣਗੇ ਉਹ ਬਹਿਰੇ ਵੀ ਹੋਣਗੇ, ਬਹਿਰੇ ਤੇ ਗੂੰਗੇ, ਕਿਉਂਕਿ ਜਿਹਨੇ ਸੁਣਿਆ ਨਹੀਂ ਉਹ ਬੋਲੇਗਾ ਵਿਚਾਰਾ ਕੀ। ਜਿਹਨੇ ਸੁਣਿਆ ਹੀ ਕੁਝ ਨਹੀਂ ਉਹਦੇ ਕੋਲ ਬੋਲਣ ਦੀ ਉਮੀਦ ਕੀ ਲਾਓਗੇ। ਇੱਦਾਂ ਤਾਂ ਅਸੀਂ ਕਹਿੰਦੇ ਨੇ ਉਹ ਵੀ ਗੂੰਗਾ ਹੈ, ਉਹ ਵੀ ਗੂੰਗਾ ਹੈ, ਉਹ ਬਹਿਰਾ ਹੈ। ਪਰ ਜੇ ਇੱਦਾਂ ਵੇਖੀਏ ਵੀ ਇੰਨੇ ਸਾਲਾਂ ਬਾਅਦ ਗੁਰੂ ਦੇ ਕੋਲ ਆ ਕੇ ਵੀ ਜੇ ਮੈਨੂੰ 1-2 ਸ਼ਬਦ ਨਾ ਬੋਲਣੇ ਆਏ, ਮੈਨੂੰ ਵਿਚਾਰ ਗੁਰੂ ਦੇ ਸਨਮੁਖ ਬਹਿ ਕੇ ਕਰਨੀ ਨਾ ਆਈ, ਇਹਦਾ ਮਤਲਬ ਮੈਂ ਤਾਂ 35-40 ਸਾਲ ਤੋਂ ਮਹਾਰਾਜ ਤੁਹਾਡੀ ਗੱਲ ਸੁਣੀ ਕੋਈ ਨਹੀਂ। ਸਮਾਜ ਵਾਸਤੇ ਮੈਂ ਬੜਾ ਵਧੀਆ ਬੋਲਾ ਰਹਾ ਹਾਂ, ਬਾਕੀ ਗੱਲਾਂ ਤੇ ਮੇਰੇ ਕੋਲ ਜੋ ਮਰਜ਼ੀ ਬੁਲਾ ਲਓ, ਪਰ ਮਹਾਰਾਜ ਮੈਂ ਤੁਹਾਡੇ ਮੁਤਾਬਕ ਗੂੰਗਾ ਤੇ ਬਹਿ ਰਹੀ ਹਾਂ ਅਜੇ, ਕਿਉਂਕਿ ਮੈਂ ਤੁਹਾਡੀ ਗੱਲ ਨੂੰ ਧਿਆਨ ਨਾਲ ਅਜੇ ਤੱਕ ਸੁਣਿਆ ਹੀ ਨਹੀਂ। ਮੇਰੇ ਤੇ ਕੋਈ ਮੰਨਣ ਦੀ ਉਮੀਦ ਕਿੱਦਾਂ ਲਾ ਦੇਗਾ। ਹੁਣ ਅੱਜ ਬੇਸਿਕ ਨੁਕਤਾ ਕੀ ਹੈ, ਧਿਆਨ ਨਾਲ ਸੁਣਿਓ। ਗੱਲ ਆਈ ਵੀ ਬੰਦੇ ਦੇ ਕੋਲ, ਤੁਸੀਂ ਵੇਖੋ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਦੇ ਹਾਂ। ਪੁੱਤ ਤੇਰਾ ਵੱਡਾ ਘਰ ਹੋਵੇ, ਤੇਰੇ ਕੋਲ ਵੱਡੀ ਗੱਡੀ ਹੋਵੇ, ਤੇਰੇ ਨੌਕਰ ਚਾਕਰ ਹੋਣ,
तेरे को 4 पैसे होण। अज आम समाज अपना बच्चों को इहो गल्लां करदा कि ये जिंदगी की प्राप्ति है, कि सफल मनुख दी इहो निशानियां ने भी बंदे को पैसा बहुत होवे, बंदे का वड्डा घर होवे, बंदे को सब कुछ होवे। कि इस मान लो एक बंदे को सब कुछ हैगा, कि वह बंदा पूरा है? उन्होंने पूछो तू संतुष्ट है? आओ हुण आपां गुरु ग्रंथ साहिब जी नूं पुछीए। तुसीं प्रकाश पुरब मना रहे हो ना, महाराज दस्सिओ भला सानूं दुनियावी उद्यम की निशानी की है? जो मनुख उद्यम करता उसकी निशानी की है? जिवें बंदे नूं बुखार चढ़न वाला होवे ते निशानी हुंदी है उहदे बदन दर्द करते हैं, शरीर दुखदा है, उहदा ये निशानी है भी उहदा शरीर दुखदा है या मतलब बुखार चढ़न वाला हुंदा। निशानियां हुंदियां ने। तुहाडे घर की डेकोरेशन दसदी है, सजावट दस रही है तुहाडे घर कोई फंक्शन होने वाला है, तुसीं कोई पुत्र धी दा आनंद कारज करना है, निशानियां हुंदियां ने ना हर चीज़ दियां। तुहाडी तैयारी दसदी है, तुसीं घर कपड़े आम पाउंदे हो, तुहाडी तैयारी वेख के एकदम कोई तुहाडे घर आ जांदा, क्यों जी चले हो किते? क्योंकि असीं बाहर जाण वाले कपड़े होर हुंदे ते घर वाले कपड़े साडे, बोलो जी, ये निशानियां ने ना। उद्यम की की निशानी है? किसी नूं ना पुछो, गुरु ग्रंथ साहिब जी नूं पुछो भी मनुख उद्यम करे उसकी निशानी की है। तो महाराज कहते हैं सुनो, उद्दोसा है क्या निशानी? सारे बोलो एक बार जी, खुल के पढ़ो एक बार ताकि जान लग्या तुहानूं चेता रह जाए। मैं अज आ गल सुन के आया गुरु ग्रंथ साहिब की हजूरी च। उद्दोसा है क्या निशानी? उद्दोसा है, उद्दोसा का अर्थ उद्यम की निशानी है? कहते तोट न आवे अन्नी, ये निशानी है कि उसके घरों कभी अन्न धन की तोट नहीं आएगी, उसके घर पदार्थ बहुत होणगे, ये निशानी है। अच्छा मान लो भी ये अन्न धन बंदे के घरों घर आ गया तो बंदा खुश है? क्यों साध संगत जी, हाजरी लवाओ जी, खुश है? अगली गल सुनो, उद्दोसी घरे ही उठी, बहुता अन्न धन आउण नाल उदासी ते घरों नहीं ना गई। तवज्जो दे प्यारिओ, इधर तवज्जो दे, बड़ा बड़ा गैर गंभीर विषय है, इनू एवें ना जान दिओ। मेरी बेनती तुहाडे अगे ऐ सुरत टिका के, उद्दोसा है, मैं दोबारा रिपीट करदा ताकि ऐन गल समझ आ जाए। उद्दोसा आ गल अपने बच्चों नाल शेयर करो जिहड़े पढ़ते हैं, जिन्होंने अजे जिंदगी के गृहस्थ धर्म में प्रवेश रखना है, जां रख चुके हैं, जिन्होंने अगे वधना है। बड़े कीमती सब्जैक्ट ने, बड़े कीमती विचार ने गुरु ग्रंथ साहिब के, जिदन असीं घरां 'च बह के अपने बच्चों नाल साझे कर लग पए, सानूं किसी अगे हाथ अड्डण की लोड़ नहीं पवेगी, साडी घरे तृप्ति हो जानी है। साचे साहिबा, मैं अद्धी तुक तां बोलदा जी, तुसीं बोलो, ये तो पता लगता भी संगत हाजरी लवा रही है। साचे साहिबा इदां गज के एक बार तुहाडी आवाज़ इस महक राहीं जानी चाहिए है, पता लगे भी इत्थों की संगत बाणी प्रति इन्नी सुचेत है। साचे साहिबा इदां स्वाद आ जाए एक बार, साचे साहिबा क्या नहीं, घर तां तेरा है, इदां बोलो एक बार, घर तां तेरा है, सब कुछ है, जिस दे सो पावे। उद्दोसा है, सारे पिछे पिछे बोलो, ये तुकां तुहानूं याद हो जाण। उद्दोसा है क्या निशानी? अज जाके ना सौण तो पहला ये शब्द भावें मोबाइल चों भावें अपने घरां चों पोथियां चों नोट करियो जरूर पासे सलोक नूं। देखो कितना कीमती विचार है गुरु नानक साहिब जी का। उद्दोसा है क्या निशानी? उद्दोसा है, उद्दम की निशानी है? कहते तोट ना आवे अन्नी, तेरे घरों अन्न की तोट कदी नहीं आएगी। जिहड़ा उद्यम करता होएगा उहदे घरों कदी अन्न धन नहीं मुकेगा। कुदरती गल है। पुराने बजुर्गों ने दसी, उद्यम अगे लक्ष्मी ते पखे अगे पौण। पखा चलता होवे ते हवा नूं आवाज़ मारन की लोड़ नहीं पैंदी, ते उद्यम करता होवे ते बंदा कदी भुखा नहीं मरता। उद्यमी बंदा कदी भुखा, साथ संग ये भी हंगारा भर दो, उद्यमी बंदा कदी भुखा।
नहीं मरदा, वो किसी की लोड़ पूरी कर सकता है। ताई गुरु नानक साहब ने जोगियां नूं आख्या सी ना, कन्ना च मुंदरां क्यों पाईयां जे? कहंदे बाबा इस करके पाईयां लोकां नूं पता लग जाए असीं रब दे रस्ते ते तुरे होए आ। फिर महाराज कहंदे फिर ऐसियां मुंदरां पाओ जिहदे नाल कंन पलवाउण दी लोड़ ही ना पवे। कहंदे बाबा वो किहड़ियां? कहंदे मुंदा संतोख। सारे पढ़ो, ये किहड़ी बाणी है? गज के आवाज आवे, किहड़ी बाणी है? इदां पता लगे प्रकाश पुरब मना रहे हैं। पहली बाणी जपजी साहब, मुंदा संतोख। मुंदा संतोख, संतोख नूं मुंदरा बना लो। जिवें मुंदरा कंन च पाईयां होण ते पता लगदा, तुसीं कह तुहाडे कहण मुताबक मैं रब दे रस्ते तुरिया होया। संतोखी बंदे दा भी पता लग जांदा कि ये रब दे रस्ते ते तुरिया होया है। तुहाडे बच्चे 2 ने, तुहाडे बच्चे 3 ने, मां नूं जाके पुछो इन्हां दोनों बच्चों चों ज़्यादा संतोख वाला किहड़ा है? किहड़ा खवा के खुश है, किहड़ा खा के खुश है? परख इदां हो जाती, चीज़ बनी होवे ना कोई किचन दे विच ते कई वारी एक बच्चा कहंदा कोई नहीं भैन नूं दे दो, भैणां दी कोई नहीं, भरा खा ले मैं रजी हाँ। हुंदे आ ना, बोलो प्यारिओ, हुंदे आ ना कई बच्चे इदां दे। ते कई दूजियां दा भी ਉਹ ਦੂਜੇ ਦਾ ਮੂੰਹ ਵੇਂਦੇ ਆ ਵੀ ਇਹ ਨਾ ਕਿਹੜੀ ਵੇਲੇ ਨਾ ਕਰੇ, ਉਹਨੂੰ ਜਾਣ ਕੇ ਤੇਰਾ ਗਲਾ ਨਹੀਂ ਖਰਾਬ ਅੱਜ ਵੀ ਤੂੰ ਠੀਕ ਨਹੀਂ ਲੱਗਦਾ ਮੈਨੂੰ। ਜਿਹੜਾ ਇੱਕ ਨਿੱਕੀ ਜੀ ਚੀਜ਼ ਖਾਣ ਤੇ ਬੱਚਿਆਂ ਦੀ ਇਦਾਂ ਤਿਆਰੀ ਕਰਾਓ, ਭਾਵੇਂ ਤੁਹਾਡੇ ਕੋਲ ਪੈਸਾ ਬਹੁਤ ਹੈ, ਬਾਜ਼ਾਰ ਗਏ ਜੇ, ਕਈ ਵਾਰੀ ਅਸੀਂ ਬੱਚਿਆਂ ਦੀ ਲੜਾਈ ਨਾ ਹੋ ਜਾਏ, ਅਸੀਂ ਬਾਜ਼ਾਰ 'ਚੋਂ ਚੀਜ਼ ਲੈ ਕੇ ਉਹਨੇ ਕੱਲੀ ਕੱਲੀ, ਆਹ ਵੱਡੇ ਦੀ, ਆਹ ਛੋਟੇ ਦੀ, ਆਹ ਬੇਟੀ ਦੀ, ਪੁੱਤਰਾ ਤੇਰੀ ਹੈ, ਉਹਦੇ ਦਿਮਾਗ 'ਚ ਗੱਲ ਬੈਠ ਰਹੀ ਹੈ ਜਿਹੜੀ ਚੀਜ਼ ਮੇਰੀ ਉਹ ਮੇਰੀ ਹੈ। ਇਹ ਵੀ ਹੋ ਸਕਦਾ ਤੁਸੀਂ ਕੋਈ ਟੌਫੀਆਂ ਦਾ ਪੈਕਟ ਲੈਂਦਾ, ਕੋਈ ਚੌਕਲੇਟ ਲੈਂਦੀ ਹੈ, ਬੇਟਾ ਵੰਡ ਕੇ ਖਾਓ। ਜਿਹੜਾ ਬੱਚਾ ਅੱਜ ਨਿੱਕੀ ਜੀ ਚੀਜ਼ ਸ਼ੇਅਰ ਕਰਕੇ ਖਾਏਗਾ, ਕੱਲ੍ਹ ਨੂੰ ਜੇ 4 ਛਿੱਲੜ ਆ ਗਏ, ਉਹ ਆਪਣੇ ਭਰਾਵਾਂ ਤਾਇਆਂ ਚਾਚਿਆਂ ਦੇ ਨਾਲ ਮਿਲ ਵੰਡ ਕੇ ਅੱਗੇ ਵਧੇਗਾ, ਨਾਲ ਦੂਜਿਆਂ ਨੂੰ ਵਧਾ ਕੇ ਅੱਗੇ ਵਧੇਗਾ। ਉਹ ਇਹ ਨਹੀਂ ਕਹੇਗਾ ਕਿ ਗਵਾਂਢੀ ਮੇਰਾ ਭੁੱਖਾ ਮਰਦਾ ਹੈ, ਮੈਂ 1000 ਕਿਲੋਮੀਟਰ ਦੂਰ ਜਾ ਕੇ ਕਿਤੇ ਲੰਗਰ ਲਾਵਾਂ। ਉਹ ਦੇਗ ਤੇਗ ਦੇ ਇਸ ਵਿਸ਼ੇ ਨੂੰ ਸਮਝ ਆਏਗਾ ਕਿ ਦੇਗ ਤੇਗ ਦਾ ਅਸਲੀ ਵਿਸ਼ਾ ਕੀ ਹੈ। ਦੇਗ ਵੀ ਵੱਡੀ ਹੈ, ਤੇਗ ਦੇ ਇਸ ਵਿਸ਼ੇ ਨੂੰ ਵੀ ਸਮਝ ਆਏਗਾ। ਜਦੋਂ ਬੱਚੇ ਦੇ ਦਿਮਾਗ 'ਚ ਨਿੱਕੀ ਜਿਹੀ ਗੱਲ ਤੇ ਆਦਤਾਂ ਨਿੱਕੀਆਂ ਨਿੱਕੀਆਂ ਵੱਡੀਆਂ ਬਣਦੀਆਂ ਨੇ, ਮੁੜ ਕੇ ਨਿੱਕੀ ਆਦਤ ਨੇ ਵੱਡੀ ਹੋਣਾ, ਡਿਵੈਲਪ ਹੋਣਾ। ਅੱਜ ਹਰ ਬੰਨੇ ਧਾੜਵੀ ਮਨੁੱਖ ਕਿਉਂ ਬਣੇ, ਮਾਰਨ ਨੂੰ ਕਿਉਂ ਪੈ ਰਿਹਾ? ਕਿਉਂਕਿ ਪ੍ਰੈਕਟਿਸ ਨਹੀਂ ਹੈ ਮਨੁੱਖ ਦੀ ਜ਼ਿੰਦਗੀ ਜਿਉਣ ਦੀ। ਅਸੀਂ ਲੜਾਈ ਤੋਂ ਡਰਦੇ ਹਾਂ। ਆਹ ਚੀਜ਼ ਬੇਟਾ ਤੇਰੀ ਹੈ, ਉਹਦੇ ਦਿਮਾਗ 'ਚ ਬਹਿ ਗਈ, ਆਹ ਪੈਂਟ ਮੇਰੀ ਹੈ, ਆਹ ਕਮੀਜ਼ ਮੇਰੀ ਹੈ, ਮੈਂ ਇਹਨੂੰ ਦੂਜੇ ਨੂੰ ਹੱਥ ਨਹੀਂ ਲਾਉਣ ਦੇਵਾਂਗਾ। ਕਈਆਂ ਸਾਂਝਿਆਂ ਘਰਾਂ 'ਚ ਇੱਕੋ ਜਿਹੇ ਹੋ ਜਾਂਦੇ ਨੇ ਭਰਾ, ਪਤਾ ਨਹੀਂ ਹੁੰਦਾ ਇਹ 'ਚੋਂ ਕਮੀਜ਼ ਮੇਰੀ ਕਿਹੜੀ ਤੇ ਤੇਰੀ ਕਿਹੜੀ। ਉਹ ਪੈਂਟ ਪਾ ਕੇ ਲੈ ਗਿਆ ਵਿਆਹ, ਜਦੋਂ ਵਿਆਹੇ ਜਾਂਦੇ ਤਾਂ ਵੀ ਉਹ 'ਚ ਪਤਨੀ ਵੀ ਕਹਿੰਦੀ ਹੈ। ਆਹ ਕਈਆਂ ਪਰਿਵਾਰਾਂ ਦੀਆਂ ਵੀਡੀਓ ਅੱਜ ਕੱਲ੍ਹ ਆਈਆਂ ਨੇ ਜਿੱਥੇ ਪੱਗਾਂ ਨਹੀਂ ਵੰਡੀਆਂ ਉਹਨਾਂ ਨੇ, ਪੈਂਟਾਂ ਨਹੀਂ ਵੰਡੀਆਂ ਉਹਨਾਂ ਨੇ, ਸ਼ੂਜ਼ ਨਹੀਂ ਆਪਣੇ ਵੰਡੇ, ਤੇ ਘਰ ਵਾਲੀਆਂ ਵੀ ਕਹਿੰਦੀਆਂ ਜੀ ਇੱਥੇ ਕੋਈ ਨਹੀਂ ਆ, ਇਕੱਠੇ ਲੈ ਆਉਣੇ 2-2 3-3 ਜੋੜੇ, ਜਿਹੜਾ ਮਰਜ਼ੀ ਪਾ ਕੇ ਚਲਾ ਜਾਏ। ਬਿਜ਼ਨਸ ਵਪਾਰ ਦੀ ਕੋਈ ਲੜਾਈ ਨਹੀਂ, ਨਾ ਦਾਦੇ ਪੜਦਾਦੇ ਲੈ ਕੇ ਗਏ ਨੇ, ਨਾ ਬਾਪ ਲੈ ਕੇ ਗਏ ਨੇ, ਤੇ ਨਾ ਅਸੀਂ ਨਾਲ ਲੈ ਕੇ ਜਾਣਾ। ਪਰ ਜਿਹੜੇ ਇੱਦਾਂ ਕਰਦੇ ਨੇ ਉਹ ਦੁਨੀਆ ਤੋਂ ਚਲੇ ਜਾਂਦੇ ਨੇ, ਪਰ ਉਹਨਾਂ ਦਾ ਕਿਰਦਾਰ, ਉਹਨਾਂ ਦੀ ਰਹਿਣੀ ਦੁਨੀਆ ਵਾਸਤੇ ਉਦਾਹਰਨ ਬਣ ਜਾਂਦੀ ਹੈ, ਮਿਸਾਲ ਬਣ ਜਾਂਦੀ ਹੈ ਵੀ ਮੈਂ ਰਹਿਣਾ ਕਿੱਦਾਂ ਸੰਸਾਰ 'ਤੇ। ਹੁਣ ਹਜ਼ੂਰ ਕਹਿੰਦੇ ਨੇ ਉਦੋਂ ਸਾਹ ਹੈ ਕਿਆ ਨਿਸ਼ਾਨੀ, ਉਦਮ ਦੀ ਨਿਸ਼ਾਨੀ ਕੀ ਹੈ? ਕਹਿੰਦੇ ਤੋਟ ਨਾ ਆਵੇ ਅੰਨੀ, ਅੰਨ ਦੀ ਤੋਟ ਨਹੀਂ ਆਏਗੀ। ਪਰ ਨਾਲ ਅਗਲੀ ਗੱਲ ਸੁਣੋ, ਉਦੋਂ ਸੀ ਘਰੇ ਹੀ ਉੱਠੀ, ਉਦਾਸੀ ਅਜੇ ਵੀ ਘਰ 'ਚ ਹੀ ਪਈ ਆ। ਜੇ ਤੇ ਅੰਨ ਧਨ ਕਰਕੇ ਉਦਾਸੀ ਸੀ, ਹੁਣ ਤੇ ਅੰਨ ਧਨ ਬਹੁਤ ਆ ਗਿਆ, ਉਦਾਸੀ ਨਿਕਲ ਜਾਣੀ ਚਾਹੀਦੀ ਸੀ। ਡਿਪਰੈਸ਼ਨ ਤੇ ਅਜੇ ਵੀ ਬਹੁਤ ਹੈ। ਜੇ ਤੇ ਡਿਪਰੈਸ਼ਨ ਅੰਨ ਧਨ ਕਰਕੇ ਸੀ, ਹੁਣ ਤਾਂ ਗੱਡੀ ਵੀ ਵੱਡੀ ਹੈ, ਹੁਣ ਤਾਂ ਤੈਨੂੰ ਕਿਸੇ ਕੋਲ ਨੌਕਰੀ ਕਰਨ ਦੀ ਲੋੜ ਨਹੀਂ, ਤੂੰ ਤੇ ਅੱਗੇ ਕਿਸੇ ਨੂੰ ਨੌਕਰ ਰੱਖਿਆ ਹੈ। ਤੇਰਾ ਆਪਣਾ ਕਾਰੋਬਾਰ ਏਡਾ ਤਗੜਾ ਹੈ, ਤੇਰਾ ਆਪਣਾ ਬਿਜ਼ਨਸ ਵਪਾਰ ਏਡਾ ਵੱਡਾ ਹੈ, ਹੁਣ ਤੂੰ ਕਿਉਂ ਉਦਾਸ ਹੈ ਬਈ? ਜੇ ਤੇਰੇ ਮੁਤਾਬਕ ਪੈਸਾ ਨਾ ਹੋਣਾ ਉਦਾਸੀ ਹੈ, ਤੇ ਫਿਰ ਰਿਕਸ਼ੇ ਵਾਲਾ ਉਦਾਸ ਹੋਵੇ, ਉਹ ਹੱਸ ਰਿਹਾ ਵਾ, ਤੈਨੂੰ ਵੱਡੀ ਗੱਡੀ 'ਚ ਵੀ ਤੇਰਾ ਮੂੰਹ ਰੋਣ ਵਾਲਾ ਬਣਿਆ ਪਿਆ। ਕਾਰਨ ਤੇ ਲੱਭਣਾ ਪਵੇਗਾ ਨਾ। ਬੋਲੋ ਗੁਰੂ ਕੇ ਪਿਆਰਿਓ, ਜੇ ਦੁਨੀਆ ਦੇ ਧਨ ਪਦਾਰਥਾਂ ਨਾਲ ਹੀ ਬੰਦੇ ਦੇ ਚਿਹਰੇ ਤੇ ਖੁਸ਼ੀ ਆਉਂਦੀ ਹੈ,
तो फिर जिन्हों को धन पदार्थ ज़्यादा ने वो ज़्यादा खुश होने चाहिए, जिन्हों को धन पदार्थ घट ने वो उदास होने चाहिए। पर कई बार तुहानूं दरमियाना बंदा ज़्यादा हसदा नज़र आऊ, बोलो प्यारिओ, तो जिहदे कोल अन्न धन ज़्यादा है उहदे कोल उदासी नज़र आएगी। ਇਹਦਾ मतलब ये ना कभी समझ लो भी साढ़े को अन्न धन वध नहीं चाहिए, वध चाहिए जिन्ना मर्जी कमाओ, तुहाड़ा चंगा घर होवे, तुहाड़े कोल चंगियां गड्डियां होण, तुहाड़ा बिजनस व्यापार वधिया होवे, पर एक दिमाग 'च गल पक्की बिठा लिओ, इन्हां चीज़ां नाल इत्थों उदासी नहीं जानी। इत्थों उदासी काहदे नाल जानी है, सुनिओ हुण। पातशाह कहंदे ने उदोसी घरे ही उठी। किहड़े घरे? घर भी दो होंदे अपने, एक इट्टां वाला घर जिथे टब्बर रहिंदा, एक आ घर जिथे मैं कल्ला ही रहना, इत्थे कोई दूजा नहीं रह सकदा। तुहाडे आपो अपने घरां 'च जिन्हों आपां हिरदा रूपी घर कहने आ, जिन्हों बाणी दी नानक बद्धा घर तहां, जिथे मिरत ना जन्म ते जरा वडेपा, निज घर महल, बोलो सारे, निज घर महल पावो सुख सहजे, बौर ना होएगो। केड़ा घर? घर सुख वसिया, बाहर सुख पाया। एक वो घर है जिथे तुहाडा मन रहिंदा है। उदोसी घरे ही उठी, उदासी घरे ही डेरा ला के बैठी है। कूड़ी रन्नी धम्मी, कूड़ी रन्नी धम्मी, क्योंकि सती रन्नी घरे स्यापा, रोवण कूड़ी कमी। सत्ता रन्ना ने मेरे ऐस घर च स्यापा पाया होया। 7 रन्ना ने, वो केड़ियां रन्ना ने? सुनियो, 2 अखां, 2 कन्न, मूँह, नासा, 6 हो गए, एक काम इंद्री। ये 7 इंद्रियां ने जिन्हों ने मनुख के शरीर रूपी घर 24 घंटे स्यापा पाया हुआ है। 24 घंटे ही, 24 घंटे लड़ाई पाई हुई है। तो समाज बलेम पता की दे रहा, ओ मेरे सांढू ने मेरे घर लड़ाई पाती, ओ मेरे भरा ने मेरे घर लड़ाई पाती, मेरे घर ताए दे पुत ने लड़ाई पाती। पातशाह की बाणी कहती, ओ बंदिया, किसी च कोई हिम्मत नहीं, तेरे घर च लड़ाई पा दे। तेरे घर च इन्हां 7 रन्ना ने तेरे घर च स्यापा पाया होया। 7 रन्नी, बोलो प्यारे, ओ 7 रन्नी घरे स्यापा, रोवण कूड़ी कमी। ये कूड़ियां कमां च रोंदियां ने। ये 7 रन्ना किवें रोंदियां ने? अखां किसी का घर वेख के ब्रेन नूं मैसेज दिंदियां, हाय तेरा घर निक्का जिहा, ओहदा घर वड्डा, ओहदी गड्डी वड्डी, बोलो प्यारे, तेरी गड्डी छोटी, ओहदे कपड़े महंगे, तेरे कपड़े सस्ते, ओहदा मोबाइल महंगा, तेरा मोबाइल सस्ता, ओहदे भांडे महंगे, चंगा बड़ा सोफा लियांदा घर च बहन लई, पर जो किसी रिश्तेदार दे गया, दोस्त दे घर गया, ओहदा फर्नीचर थोड़ा जिहा महंगा वेख के अपना अगले दिन सेल ते लाता, क्योंकि ये भी स्टेटस है, मोबाइल स्टेटस, क्रॉकरी स्टेटस। सो तू मेरे को काम करता है, घर वाली ने नाल कहता तुहाडे कोल काम करदा, ओहदा सोफा तुहाडे वर्गा, तुहाडे कोल काम करदा तुहाडा ओहदा सोफा अपने वर्गा। अगले दिन सेल ते चुक के चुकना ने अगले दिन ही सेल ते लवाता, अगले दिन ही। इन्हां गल्लां च भी अज एनर्जी वेस्ट हो रही है कि नहीं हो रही? बोलो प्यारिओ, एक तरला है तुहाडे अगे, अगे बड़े सालों बाद आया, जान लग्या कह के जाओ बंदा दोबारा नहीं आना चाहिए, ये सुधरिया नहीं है। क्योंकि मेरियां लंबियां पोचियां गल्लां नहीं होंदियां, सीधी भाषा च गल है, किसी को समझ आ जाए वाह भला, ना समझ आ जाए जान लगे कपड़े झाड़ के 2 गालां कढ़ जिओ, मैनू कोई फर्क नहीं पैंदा मैनू। पर मैं एक गल कहन लगा, स्टेटस बनाओ किरदार दा भगत पूर्ण सिंह की तरह, मैं मर जावां लोग कहण इस बंदे वर्गा बंदा नहीं दुनिया से दोबारा आना। मोबाइल तो कंपनी ने बनाया है, गड्डी तो कंपनी ने बनाई है, तू तो पैसे दे के खरीदी है, किरदार तू बनाना, यदी फैक्ट्री का मालक तू है, ये ब्रांड तेनों बनाना पैना। ये ब्रांड भगत पूर्ण सिंह 3 वार 10वीं क्लास चो फेल होए सी। भगत पूर्ण सिंह 3 वार, मां चाहती सी को अफसर बने। जिस दिन छाटा साहब की धरती ते भगत पूर्ण सिंह जी
ਦੇ ਮਾਤਾ ਦੀ ਚੜ੍ਹਾਈ ਕਰਦੇ ਨੇ। ਤੇ ਭਗਤ ਪੂਰਨ ਸਿੰਘ ਨੇ ਆਪਣੀ ਮਾਂ ਨਾਲ ਇੱਕ ਕਮਿਟਮੈਂਟ ਕੀਤੀ, ਮਾਂ ਠੀਕ ਹੈ ਮੈਂ 10ਵੀਂ ਕਲਾਸ 'ਚੋਂ ਚੰਗੇ ਨੰਬਰ ਨਹੀਂ ਸੀ ਲੈ ਪਾਉਂਦਾ, ਫੇਲ ਹੋ ਜਾਂਦਾ ਸੀ, ਜਿੱਦਣ ਇੱਕ ਪਿਆਰੇ ਨਾਂ ਦੇ ਬੰਦੇ ਤੋਂ ਉਹ ਸੁਣ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਜਿਹਦੀਆਂ ਫੋਟੋਆਂ ਤੁਸੀਂ ਵੇਖਦੇ ਹੋ ਭਗਤ ਪੂਰਨ ਸਿੰਘ ਰੇਹੜੀ 'ਚ ਪਾ ਕੇ ਉਹਨੂੰ ਲਈ ਫਿਰਦੇ ਸਨ, ਉਹਦੇ ਤੋਂ ਉਹਨਾਂ ਇੱਕ ਸੰਸਥਾ ਆਰੰਭ ਕੀਤੀ ਜਿਹਨੂੰ ਪਿੰਗਲਵਾੜਾ ਕਹਿੰਦੇ ਨੇ। ਤੇ ਜਿੱਦਣ ਭਗਤ ਪੂਰਨ ਸਿੰਘ ਨੂੰ ਖੰਡੇ ਦੀ ਪੌਲ ਛਕ ਕੇ ਭਗਤ ਪੂਰਨ ਸਿੰਘ ਬਣਿਆ, ਉਦੋਂ ਉਹਨੇ ਕਿਹਾ ਮਾਂ ਤੇਰਾ ਬੱਚਾ ਭਾਵੇਂ 10ਵੀਂ 'ਚੋਂ ਤੇ ਫੇਲ ਹੋ ਜਾਂਦਾ ਸੀ, ਪਰ ਮਾਨਵਤਾ ਦੀ ਸੇਵਾ 'ਚੋਂ, ਮਨੁੱਖਤਾ ਦੀ ਸੇਵਾ 'ਚੋਂ ਪਹਿਲਾ ਨੰਬਰ ਲੈ ਗਿਆ। ਕਦੀ ਬੱਚਿਆਂ ਦੇ ਨੰਬਰਾਂ ਵੱਲ ਵੇਖ ਕੇ ਬੱਚਿਆਂ ਨੂੰ ਮਿਹਣਾ ਨਾ ਮਾਰਿਆ ਕਰੋ। ਪਤਾ ਨਹੀਂ ਕਿਹੜਾ ਬੱਚਾ ਜਿਹਨੂੰ ਤੁਸੀਂ ਨਲਾਇਕ ਕਹਿੰਦੇ ਹੋ, ਦੁਨੀਆ ਦੇ ਅੰਦਰ ਕਿਰਦਾਰ ਪੱਖੋਂ, ਕੰਮਾਂ ਪੱਖੋਂ ਸ਼ਾਇਦ ਲੋਕ ਉਹਦੀਆਂ ਮਿਸਾਲਾਂ ਦਿਆ ਕਰਨ, ਇਹ ਪਤਾ ਨਹੀਂ, ਇਹ ਨਹੀਂ ਪਤਾ ਵੀ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਜਿੱਥੋਂ ਸੰਸਥਾ ਆਰੰਭ ਹੋਈ ਉਹ ਨਾ ਤੁਰ ਸਕਦਾ ਸੀ, ਨਾ ਬੋਲ ਸਕਦਾ ਸੀ, ਨਾ ਸੁਣ ਸਕਦਾ ਸੀ, ਆਪਣੀਆਂ ਲੱਤਾਂ ਤੇ ਨਾ ਖਲੋਣ ਵਾਲੇ ਬੱਚੇ ਨੇ ਇੱਕ ਏਡੀ ਵੱਡੀ ਸੰਸਥਾ ਖੜੀ ਕਰ ਦਿੱਤੀ। ਲੱਤਾਂ ਤੇ ਨਹੀਂ ਸੀ ਖਲੋ ਸਕਦਾ ਉਹ ਬੱਚਾ, ਪਰ ਪਿੰਗਲਵਾੜਾ ਸੰਸਥਾ ਉਸ ਬੱਚੇ ਤੋਂ ਆਰੰਭ ਹੋਈ ਸੀ। ਭਗਤ ਪੁਰਸ਼ ਦਾ ਵੱਡਾ ਪਰਿਵਾਰ ਬਣ ਗਿਆ। ਤੇ ਅੱਜ ਉਸ ਵੇਲੇ ਦੇ ਲੋਕ ਕਈ ਹੋਣਗੇ ਚਲੇ ਗਏ ਹੋਣਗੇ, ਆਪਾਂ ਵੀ ਹੈਗੇ ਆ, ਚਲੇ ਜਾਣਾ ਕੱਲ ਤੱਕ, ਆਪਾਂ ਵੀ ਹੋਰ 2 4 10 ਸਾਲ ਸਮਾਂ ਪਾ ਕੇ ਹਰ ਬੰਦੇ ਨੇ ਜਾਣਾ ਹੈ। ਆਉਂਦੇ ਸਾਰੇ ਨੇ, ਵਿਦਿਆਰਥੀ ਸਾਰੇ ਸਕੂਲਾਂ 'ਚ ਪੜ੍ਹਦੇ ਨੇ, ਪਰ ਕੁਝ ਵਿਦਿਆਰਥੀ ਪ੍ਰੇਰਨਾ ਸਰੋਤ ਬਣ ਜਾਂਦੇ ਨੇ ਟੀਚਰਾਂ ਵਾਸਤੇ ਵੀ, ਸਕੂਲਾਂ ਵਾਸਤੇ ਵੀ, ਵਿਦਿਆਰਥੀਆਂ ਵਾਸਤੇ ਵੀ, ਇਲਾਕੇ ਵਾਸਤੇ ਵੀ। ਆਏ ਆ ਕੁਝ ਐਸਾ ਕਰਕੇ ਜਾਓ, ਲੋਕ ਤੁਹਾਡੀਆਂ ਉਦਾਹਰਨਾਂ ਦੇਣ, ਯਾਰ ਇਹ ਬੰਦਾ ਆਪਣੇ ਲਈ ਨਹੀਂ ਕਿਸੇ ਲਈ ਜ਼ਿੰਦਗੀ ਜਿਉਂਦਾ ਹੈ। ਆਪਣੇ ਲਈ ਤਾਂ ਪੰਛੀ ਵੀ ਸ਼ਾਮਾਂ ਨੂੰ ਆਲਣਾ, ਜਦੋਂ ਉਹਨਾਂ ਨੇ ਪਾਉਣਾ ਹੁੰਦਾ ਕੋਈ ਨਾ ਕੋਈ ਕੱਖ ਇਕੱਠਾ ਕਰਕੇ ਚੁੰਝ 'ਚ ਲੈ ਹੀ ਆਉਂਦੇ ਨੇ। ਪਰ ਇੱਕ ਗੱਲ ਹੈ, ਸਿਰ ਝੁਕਦਾ ਆਪਣੇ ਪੰਜਾਬੀ ਵੀਰਾਂ ਅੱਗੇ। ਕਰੋਨਾ ਦੇ ਵਿੱਚ ਕਰੋਨਾ ਦੀ ਮਾਰ ਤੇ ਸਾਰੀਆਂ ਕੌਮਾਂ ਨੂੰ ਵੱਜੀ, ਪਰ ਦਿਲ ਖੋਲ੍ਹ ਦਿੱਤਾ ਸਾਡੇ ਪੰਜਾਬੀਆਂ ਨੇ ਜਿੱਥੇ ਬੈਠੇ ਸੀ। ਇਹ ਗੱਲ ਪੱਕੀ ਹੈ, ਸਿਰ ਝੁਕਦਾ, ਭਾਵੇਂ ਉਹ ਲੰਗਰਾਂ ਦੇ ਰੂਪ 'ਚ ਹੈ, ਭਾਵੇਂ ਉਹ ਕਿਸੇ ਹੈਲਪ ਦੇ ਰੂਪ 'ਚ ਹੈ। ਦੇਸ਼ਾਂ ਵਿਦੇਸ਼ਾਂ ਜਿੱਥੇ ਡਾਲਰ ਹੈ ਅਮਰੀਕਾ ਦੇ ਵਿੱਚ, ਉੱਥੋਂ ਦੇ ਵੀ ਰਾਸ਼ਟਰਪਤੀ ਨੂੰ ਕਹਿਣਾ ਪਿਆ ਕਿ ਹਰ ਇਲਾਕੇ 'ਚ ਗੁਰਦੁਆਰੇ ਹੋਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨੇ ਬੜੀ ਸੇਵਾ ਕੀਤੀ ਕਰੋਨਾ ਕੋਵਿਡ ਦੇ ਵਿੱਚ। ਇਹ ਸੰਸਥਾਵਾਂ ਨੇ ਲੰਗਰ ਬਣਾ ਕੇ ਘਰਾਂ ਵਿੱਚ ਪਹੁੰਚਾਏ ਨੇ। ਹਰ ਵਕਤ ਇੱਕ ਗੱਲ ਦਾ ਖਿਆਲ ਰੱਖਣਾ, ਜਦੋਂ ਅਸੀਂ ਕਿਸੇ ਦੀ ਸੱਚੇ ਮਨ ਨਾਲ ਮਦਦ ਕਰਦੇ ਹਾਂ, ਸਾਡੇ ਕੋਲੋਂ ਚੀਜ਼ਾਂ ਕਦੀ ਘਟਦੀਆਂ ਨਹੀਂ, ਵੱਧਦੀਆਂ ਨੇ। ਕਿਉਂਕਿ ਸੰਤੋਖ, ਸਬਰ ਜਾਇਦਾਦ ਹੀ ਵੱਡੀ ਹੈ, ਏਡੀ ਵੱਡੀ ਹੈ। ਸਬਰ ਏ ਸਵਾਓ, ਜੇ ਤੂੰ ਬੰਦਾ ਦ੍ਰਿੜ ਕਰੇ, ਬੰਦਿਆ ਤੇਰੀ ਜ਼ਿੰਦਗੀ ਦਾ ਪ੍ਰਯੋਜਨ ਹੈ ਸਵਾਰਥ, ਆਪਣੀ ਜ਼ਿੰਦਗੀ 'ਚ ਸਬਰ ਸੰਤੋਖ ਨੂੰ ਧਾਰਨ ਕਰਨਾ। ਸਬਰ ਇਹ ਸਵਾਓ, ਸਵਾਓ ਕਹਿੰਦੇ ਪ੍ਰਯੋਜਨ ਨੂੰ, ਟੀਚੇ ਨੂੰ। ਜੇ ਤੂੰ ਬੰਦਾ ਦਿਲ ਕਰੇ, ਇਹਦਾ ਫਾਇਦਾ ਕੀ ਹੋਏਗਾ? ਕਹਿੰਦੇ ਵੱਧ ਥੀਵੇਂ ਦਰਿਆਓ, ਤੂੰ ਵੱਧ ਕੇ ਦਰਿਆ ਬਣ ਜਾਣਾ। ਟੁੱਟ ਨਾ ਥੀਵੇਂ ਵਾਹੜਾ, ਤੂੰ ਟੁੱਟ ਕੇ ਛੱਪੜ ਨਹੀਂ ਬਣੇਗਾ। ਛੱਪੜਾਂ ਦੇ ਪਾਣੀ ਸੁੱਕ ਜਾਂਦੇ, ਦਰਿਆਵਾਂ ਦਾ ਪਾਣੀ ਹਮੇਸ਼ਾ ਤੁਰਦਾ ਸਾਫ਼ ਰਹਿੰਦਾ। ਜਿਹੜਾ ਬੰਦਾ ਵੰਡ ਕੇ ਛਕਦਾ, ਸੰਤੋਖੀ ਹੁੰਦਾ, ਉਹ ਦਰਿਆ ਬਣ ਜਾਂਦਾ। ਹਜ਼ੂਰ ਕਹਿੰਦੇ ਨੇ 37 ਰੰਨੀ ਘਰੇ ਸਿਆਪਾ, 7 ਰੰਨਾਂ ਨੇ ਘਰ ਸਿਆਪਾ ਪਾਇਆ ਹੋਇਆ ਹੈ। ਕਿਵੇਂ ਪਿਆ ਹੈ? ਤੁਹਾਡੀਆਂ ਅੱਖਾਂ ਗਲਤ ਵੇਖਦੀਆਂ ਨੇ, ਸਿਆਪਾ ਇੱਥੇ ਪੈ ਗਿਆ। ਤੁਹਾਡੇ ਕੰਨਾਂ ਨੇ ਕੋਈ ਗਲਤ ਗੱਲ ਸੁਣੀ ਤਾਂ ਵੀ ਸਿਆਪਾ ਪੈ ਗਿਆ। ਤੁਹਾਡੇ ਮੂੰਹ ਨੇ ਕੋਈ ਗਲਤ ਚੀਜ਼ ਖਾ ਲਈ ਤਾਂ ਵੀ ਸਿਆਪਾ ਪੈ ਗਿਆ। ਇਹ 7 ਰੰਨਾਂ ਨੇ ਸਾਡੇ ਸਰੀਰ ਰੂਪੀ ਘਰ 'ਚ ਸਿਆਪਾ। ਤੇ ਯਾਦ ਰੱਖਣਾ, ਜਦੋਂ ਤੁਹਾਡੇ ਸਰੀਰ ਰੂਪੀ ਘਰ 'ਚ ਸਿਆਪਾ ਪਿਆ ਹੋਏਗਾ ਨਾ, ਤੁਹਾਡੇ ਇੱਟਾਂ ਵਾਲੇ ਘਰ 'ਚ ਸਿਆਪਾ ਪੈਣਾ ਹੀ ਪੈਣਾ ਹੈ। ਉੱਥੇ ਲੜਾਈ ਪੈਣੀ ਹੈ। ਤੁਸੀਂ ਵੇਖਿਆ ਨਾ ਕਈ ਵਾਰੀ ਪਰਿਵਾਰਾਂ 'ਚ ਆਪਾਂ ਹਿਸਾਬ ਲਾ ਲੈਂਦੇ ਹਾਂ, ਇਹ ਲੜਨ ਨੂੰ ਫਿਰਦਾ ਵਾਹਵਾ ਦਿਨਾਂ ਦਾ, ਇਹ ਲੜਨ ਨੂੰ ਫਿਰਦੀ ਹੈ, ਤੋਂ ਬਚੋ ਭਾਈ। ਇਹਦਾ ਮਤਲਬ ਪਤਾ ਹੁੰਦਾ ਵੀ ਅੰਦਰ ਸਿਆਪਾ ਚੱਲਣ ਡਿਆ, ਇਹਨੂੰ ਮੌਕਾ ਨਹੀਂ ਮਿਲ ਰਿਹਾ। ਕਿਉਂ ਸਾਧ ਸੰਗਤ ਜੀ? ਕਈ ਬੰਦੇ ਬੀਬੀਆਂ ਹੁੰਦੇ ਆ ਨਾ ਇੱਦਾਂ ਦੇ, ਆਪਾਂ ਅੰਦਾਜ਼ਾ ਜਿਹਾ ਲਾ ਲੈਨੇ ਵੀ ਇਹ ਤੋਂ ਬਾਜੋ, ਵੀ ਇਹ ਤੋਂ ਪਾਸਾ ਵੱਟ ਜਾਓ, ਬੰਬ ਫਟਣ ਵਾਲਾ ਜੀ। ਇਹ ਪਰਮਾਣੂ ਬੰਬ ਚੱਕੀ ਫਿਰਦਾ ਜੀ, ਚੱਕੀ ਫਿਰਦੀ ਹੈ ਜਾਂ ਚੱਕੀ ਫਿਰਦਾ। ਮੈਂ ਸਾਰਿਆਂ ਦੀ ਗੱਲ ਕਰਦਾ, ਇੱਕ ਦੀ ਗੱਲ ਨਹੀਂ। ਇੱਕ ਕਿਸੇ ਕੋਲ ਹੀ ਹੁੰਦਾ, ਕਈ ਚੱਕੀ ਫਿਰਦੇ ਪਰਮਾਣੂ ਬੰਬ ਮਿੰਟੋ ਮਿੰਟੀ ਘਰਾਂ 'ਚ ਵੀ ਚੱਲ ਪੈਂਦੇ। ਕਈਆਂ ਦੇ ਘਰ ਨਹੀਂ ਚੱਲਦੇ, ਉਹ ਆਣ ਕੇ ਕਮੇਟੀਆਂ ਚਲਾ ਦਿੰਦੇ ਆ, ਉਹ ਗੁਰਦੁਆਰੇ ਚਲਾ ਦਿੰਦੇ ਆ। ਕਿਤੇ ਚਲੋ ਭਾਈ ਦੁਆਲੇ ਹੁੰਦੇ ਆ,
ਚਲੋ ਨੁਕਸ ਕੱਢਦੇ, ਅੱਜ ਚੰਦੋਆ ਥੋੜ੍ਹਾ ਜਿਹਾ ਗਲਤ ਲਾਇਆ ਤੁਸੀਂ, ਦਾਲ ਥੋੜ੍ਹੀ ਜਿਹੀ ਕੱਚੀ ਸੀ, ਪ੍ਰਸ਼ਾਦੇ ਥੋੜ੍ਹੇ ਜਿਹੇ ਕੰਢਿਆਂ ਤੋਂ ਕੱਚੇ ਸੀ। ਉਹ ਸਮਝ ਆ ਜਾਂਦੀ ਹੈ ਵੀ ਇਹ ਬੰਦੇ ਇਹ ਸਿਰਫ ਨੁਕਸ ਕੱਢਣਾ ਜਾਣਦੇ ਆ, ਕੰਮ ਕਰਨਾ ਨਹੀਂ ਜਾਣਦੇ। ਕੰਮ ਕਰੋਗੇ ਤੇ ਤੁਹਾਡੇ ਕੋਲੋਂ ਗਲਤ ਵੀ ਹੋਏਗਾ। ਜਿਹਨੇ ਕੰਮ ਹੀ ਨਹੀਂ ਕੀਤਾ ਉਹਦੇ ਕੋਲੋਂ ਗਲਤੀ ਕਿੱਦਾਂ ਹੋਣੀ ਭਾਈ? ਜਿਹੜਾ ਇਨਸਾਨ ਕੰਮ ਕਰਦਾ ਉਹਦੇ ਕੋਲੋਂ ਗਲਤੀਆਂ ਹੋਣੀਆਂ ਸੁਭਾਵਿਕ ਨੇ। ਜਿਹਨੇ ਜ਼ਿੰਦਗੀ 'ਚ ਗਲਤ ਕੰਮ ਹੀ ਨਹੀਂ ਕੀਤਾ ਉਹਨੇ ਗਲਤੀ ਵੀ ਨਹੀਂ ਕੀਤੀ। ਨਾ 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 ਨਾ, ਜੇ ਤੁਰਦੇ ਹੋ ਤਾਂ ਠੇਡਾ ਲੱਗਦਾ, ਜੇ ਤੁਰਿਆ ਹੀ ਨਹੀਂ ਬੰਦਾ ਉਹਨੂੰ ਠੇਡਾ ਕਿੱਦਾਂ ਲੱਗਣਾ? ਸੁਭਾਵਿਕ ਗੱਲ ਹੈ। ਮੈਂ ਐਗਜ਼ਾਮਪਲ ਦਿੰਦਾ ਉਹਨਾਂ ਭੈਣਾਂ ਦੀ ਵੀ, ਇੱਕ ਬੀਬੀ ਚਾਹ ਬਣਾਉਂਦੀ ਹੈ, ਸਬਜ਼ੀ ਬਣਾਉਂਦੀ ਹੈ, ਤੇ ਦੂਜੀ ਬੀਬੀ ਲਾ ਕੇ ਆਉਂਦੀ ਹੈ, ਅੱਜ ਤੱਕ ਮੇਰੇ ਕੋਲੋਂ ਚਾਹ ਨਹੀਂ ਉਬਲੀ ਕਦੀ, ਮੈਂ ਨਹੀਂ ਕਦੀ ਬਾਹਰ ਚੁੱਲ੍ਹੇ 'ਚ ਚਾਹ ਪੈਣ ਦਿੱਤੀ। ਉਹਦੀ ਤੂੰ ਬਣਾਈ ਵੀ ਕਦੋਂ ਆ? ਵੀ ਚਾਹ ਤੂੰ ਕਦੀ ਬਣਾਈ ਨਹੀਂ, ਉਬਲੂਗੀ ਕਿੱਦਾਂ? ਜਾਣੀ ਕਿ ਜਿਹੜਾ ਕੰਮ ਕਰੂ ਗਲਤੀ ਵੀ ਉਹਦੇ ਕੋਲ ਹੋਣੀ ਹੈ। ਜਿਹੜਾ ਬੰਦਾ ਗੱਡੀ ਚਲਾਊ ਵੱਜੂਗੀ ਵੀ ਉਹਦੇ ਕੋਲੋਂ ਹੀ। ਜਿਹਨੇ ਕਦੀ ਸਟੀਅਰਿੰਗ ਤੇ, ਜਿਹਨੇ ਕਦੀ ਬੈਠ ਕੇ ਨਹੀਂ ਵੇਖਿਆ ਡਰਾਈਵਿੰਗ ਸੀਟ ਤੇ, ਉਹਦੇ ਕੋਲੋਂ ਗੱਡੀ ਵੱਜਣ ਦੀ ਤੁਸੀਂ ਕਿੱਦਾਂ ਲਾ ਸਕਦੇ ਹੋ ਵੀ ਉਹਦੇ ਕੋਲੋਂ ਗੱਡੀ ਕਿਤੇ ਲੱਗੀ ਵੀ ਹੈ? ਸੁਭਾਵਿਕ ਹੈ। ਜਿਹੜਾ ਕੰਮ ਕਰਦਾ ਉਹਦੇ ਕੋਲੋਂ ਗਲਤੀਆਂ ਹੋਣੀਆਂ ਸੁਭਾਵਿਕ ਨੇ। ਜਿੱਦਾਂ ਅਸੀਂ ਆਪਣਿਆਂ ਦੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਨੂੰ ਨੁਕਸ ਕੱਢਣ ਦੀ ਬਜਾਏ ਗਲਤੀਆਂ ਸੁਧਾਰਨ ਵਾਲੇ ਬੰਨੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਪਾਤਸ਼ਾਹ ਜੀ ਇਹੋ ਗੱਲ ਕਹਿੰਦੇ ਨੇ, ਜਗ ਜੀਵਨ ਦਾਤਾ ਪਾਇਆ। ਜੀਵਨ ਵੀ ਦੋ ਕਿਸਮ ਦਾ, ਇੱਕ ਜੀਵਨ ਹੈ ਕਿ ਮੇਰੇ ਕੋਲ ਵਧੀਆ ਰੋਟੀ ਹੋਵੇ, ਰੋਟੀ ਕੱਪੜਾ ਔਰ ਮਕਾਨ। ਮੇਰੇ ਕੋਲ ਰੋਟੀ ਵਧੀਆ ਹੋਵੇ, ਕੱਪੜਾ ਵਧੀਆ ਹੋਵੇ ਤੇ ਮਕਾਨ ਵਧੀਆ ਹੋਵੇ। ਇਹ ਜ਼ਿੰਦਗੀ ਦੀ ਪ੍ਰਾਪਤੀ ਨਹੀਂ ਹੈ। ਬੜਿਆਂ ਲੋਕਾਂ ਕੋਲ ਰੋਟੀ ਵੀ ਬਹੁਤ ਹੈ, ਕੱਪੜਾ ਵੀ ਬਹੁਤ ਹੈ, ਮਕਾਨ ਵੀ ਬਹੁਤ ਹੈ, ਇੱਕ ਨਹੀਂ, ਇੱਕ 'ਚ ਆਪ ਰਹਿੰਦੇ ਆ, 5 ਰੈਂਟ ਤੇ ਦਿੱਤੇ ਨੇ, ਪਰ ਫਿਰ ਵੀ ਡਿਪਰੈਸ਼ਨ, ਫਿਰ ਵੀ ਟੈਨਸ਼ਨ, ਫਿਰ ਵੀ ਤਣਾਅ, ਫਿਰ ਵੀ ਖਿਜੇ। ਕਿਉਂ? ਕਿਉਂਕਿ ਉਹ ਸੋਚਦੇ ਸੀ ਸ਼ਾਇਦ ਇਹ ਚੀਜ਼ਾਂ ਮਨੁੱਖ ਨੂੰ ਪੂਰਨ ਬਣਾਉਣ ਵਿੱਚ ਮਦਦ ਕਰਦੀਆਂ। ਨਹੀਂ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜੇ ਸਿਰਫ ਧਨ ਦੌਲਤ ਨਾਲ ਬੰਦਾ ਸੁਖੀ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਸਾਹਿਬ ਨੂੰ ਕਦੀ ਨਾ ਇਹ ਲਿਖਣਾ ਪੈਂਦਾ ਕਿ ਸੁਖ ਨਾਹੀ ਬਹੁਤੈ ਧਨ ਖਾਟੈ। ਧਨ ਖੱਟੋ, ਕਮਾਈਆਂ ਕਰਨ ਸਾਡੇ ਬੱਚੇ, ਜੰਮ ਜੰਮ ਕਰਨ, ਪੈਸਾ ਕਮਾਉਣ, ਵਧੀਆ ਗੱਲ ਹੈ, ਪਰ ਇਹ ਸੋਚ ਦਿਮਾਗ 'ਚੋਂ ਆਪਣੇ ਕੱਢ ਦਿਓ ਵੀ ਇਹਦੇ ਨਾਲ ਸੁਖੀ ਹੋ ਜਾਵਾਂਗੇ। ਪੈਸਾ ਬਹੁਤ ਕੁਝ ਹੈ, ਪਰ ਪੈਸਾ ਸਭ ਕੁਝ ਨਹੀਂ ਹੈਗਾ। ਸਭ ਕੁਝ ਹੈਗਾ ਜੀ, ਬੋਲੋ ਪਿਆਰਿਓ। ਇਹ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ, ਐਂਡ ਨਹੀਂ ਇਹ। ਇਹਦੇ ਨਾਲ ਤੁਸੀਂ ਬਹੁਤ ਕੁਝ ਲਿਆ ਸਕਦੇ ਹੋ, ਪਰ ਪਿਆਰ, ਮੁਹੱਬਤ, ਰਿਸ਼ਤੇ, ਦੋਸਤ, ਮਿੱਤਰ, ਕਿਸੇ ਨਾਲ ਉੱਠਣਾ ਬੈਠਣਾ, ਗੱਲਾਂ ਬਾਤਾਂ ਕਰਨੀਆਂ, ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਅਸੀਂ ਅੱਗੇ ਵੱਧ ਸਕਦੇ। ਸਮਾਜ ਵਿੱਚ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਅਸੀਂ ਸਮਾਜ ਵਿੱਚੋਂ ਸਿੱਖਣਾ। ਤੋ ਹਜ਼ੂਰ ਇੱਥੇ ਫਰਮਾਉਂਦੇ ਨੇ ਇਹ ਚੀਜ਼ਾਂ ਚਾਹੀਦੀਆਂ ਨੇ। ਤਾਂ ਆਖਿਆ ਸੀ ਸੁਖ ਨਾਹੀ ਬਹੁਤੈ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਿਰਤ ਨਾਟੈ। ਨਿਰਤ ਨਾਟੇ ਸਮਝਦੇ ਹੋ? ਸਰਕਸ ਲੱਗੀ ਹੋਵੇ ਕਿਤੇ ਸ਼ਹਿਰ 'ਚ, ਕਈ ਵਾਰੀ ਆਪਣੇ ਮਨ 'ਚ ਨਹੀਂ ਹੁੰਦਾ ਵੀ ਚਲੋ ਸਰਕਸ ਵੇਖ ਕੇ ਆਈਏ। ਕਿਤੇ ਵਧੀਆ ਮੂਵੀ ਲੱਗੀ ਹੋਵੇ ਥੀਏਟਰ 'ਚ, ਕਹਿੰਦੇ ਚਲੋ ਮੂਵੀ ਵੇਖ ਕੇ ਆਈਏ। ਬੰਦਾ ਸੋਚਦਾ ਸ਼ਾਇਦ ਚਲੋ ਮੂਵੀ ਦੇ ਬਹਾਨੇ 10 ਮਿੰਟ ਹੱਸਾਵਾਂਗੇ। ਘਰੋਂ ਜਾਂਦਾ 2.5-3 ਘੰਟੇ ਲਾ ਕੇ ਉੱਥੇ ਮੂਵੀ ਵੇਖ ਕੇ ਖਿੜਖੜਾ ਕੇ ਸਾਰਾ ਟੱਬਰ ਹੱਸਦਾ, ਪਰ ਉਹਨਾਂ ਨੂੰ ਇਹ ਚੇਤਾ ਭੁੱਲ ਗਿਆ ਤੇ ਆਉਣਾ ਫਿਰ ਘਰੇ ਹੀ ਆ ਵੀ 2-3 ਘੰਟੇ ਦੇ ਹਾਸੇ ਨਾਲ ਕੀ ਬਣਨਾ ਜੇ ਘਰ ਹੱਸਣ ਵਾਲਾ ਮਾਹੌਲ ਨਾ ਬਣਾਇਆ। ਤੇ ਆ ਕਈ ਰਾਮਦੇਵ ਦੇ ਆਖੇ ਲਾ ਕੇ ਸਾਰੇ ਸਵੇਰੇ ਪਾਰਕਾਂ 'ਚ ਹੱਸਦੇ, ਇੱਦਾਂ ਤਾੜੀਆਂ ਮਾਰਦੇ, ਹਾਹਾ ਕਰਦੇ। ਲੁਧਿਆਣੇ ਵੇਖਦਾ ਨਾ ਉੱਥੇ ਮੈਂ, ਉਹਦਾ ਫੁੱਲਾਂ ਵੇਖ ਵੇਖ ਕੇ ਹੱਸਦੇ ਆ। ਤੇ ਸਾਡੇ ਬਾਬੇ ਨੇ ਆਖਿਆ ਸੀ ਘਰ ਵੀ ਹੱਸ, ਪੁੱਤ ਨਾ ਹੱਸ, ਨੂੰਹ ਨਾ ਹੱਸ, ਧੀ ਨਾ ਹੱਸ, ਸੱਸ ਨਾ ਹੱਸ, ਸਹੁਰੇ ਨਾ ਹੱਸ, ਪੁੱਤਰਾਂ ਨਾ ਹੱਸੋ, ਧੀਆਂ ਨਾ ਹੱਸੋ, ਪਰਿਵਾਰ 'ਚ ਵੀ ਹੱਸੋ ਨਾ। ਨਾਨਕ ਭਗਤਾਂ, ਤੁਹਾਡੇ ਵਿੱਚ ਕਈ ਡਾਕਟਰ ਵੀਰ ਬੈਠੇ ਹੋਣੇ ਨੇ, ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੈ। ਹਾਸਾ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਰਾਕ ਹੈ। ਜਦੋਂ ਤੁਸੀਂ ਹੱਸਦੇ, ਤੁਸੀਂ ਖਾਣਾ ਖਾਂਦਿਆਂ ਖਾਂਦਿਆਂ ਵੀ ਹੱਸ ਰਹੇ ਜੇ ਨਾ, ਜੇ ਖੁਸ਼ ਜੇ ਤੇ ਤੁਹਾਡਾ ਖਾਣਾ ਅੰਮ੍ਰਿਤ ਬਣੀ ਜਾਣਾ ਹੈ। ਜੇ ਖਾਣਾ ਖਾਂਦਿਆਂ ਖਾਂਦਿਆਂ ਮੈਂ ਟੈਨਸ਼ਨ 'ਚ ਆ ਨਾ, ਉਹ ਸਾਰੀ ਜ਼ਹਿਰ ਬਣ ਜਾਣੀ ਹੈ। ਜਿੰਨਾ ਮਰਜ਼ੀ ਤੁਸੀਂ ਨਾਲ ਡਰਾਈ ਫਰੂਟ ਖਾਈ ਜਾਓ, ਜਿੰਨੀਆਂ ਮਰਜ਼ੀ ਨਾਲ ਤੁਸੀਂ ਵਧੀਆ ਚੀਜ਼ਾਂ ਖਾਈ ਜਾਓ, ਤਣਾਅ 'ਚ ਜ਼ਿੰਦਗੀ ਜੂ ਰਿਹਾ ਮਨੁੱਖ। ਅੱਜ ਨਾ ਚੰਗੀ ਤਰੀਕੇ ਨਾਲ ਖਾ ਰਿਹਾ, ਨਾ ਚੰਗੀ ਤਰੀਕੇ ਨਾਲ ਪੀ ਰਿਹਾ, ਨਾ ਅੱਜ ਬੰਦੇ ਦਾ ਰਹਿਣ ਸਹਿਣ ਸਹੀ ਹੈ। ਇਸੇ ਕਰਕੇ ਅੱਜ ਜ਼ਿੰਦਗੀ ਜਿਉਣ ਲਈ ਅੱਜ ਮਨੁੱਖ ਅਧੂਰਾ ਹੋ ਗਿਆ। ਦੂਰ ਕੀ ਜਾਣਾ, ਮੋਬਾਈਲ ਹੈ।
ਕਈ ਰੋਟੀ ਖਾਂਦੇ ਤੁਸੀਂ ਵੇਖਿਆ ਕੰਨ ਨੂੰ ਲਾਇਆ ਹੋਏਗਾ, ਕਈਆਂ ਦੀਆਂ ਧੌਣਾਂ ਵਿੰਗੀਆਂ ਹੋ ਗਈਆਂ ਬਾਈਕ ਤੇ ਚਲਾਉਂਦੇ ਇੱਦਾਂ ਦੀਆਂ, ਇੱਦਾਂ ਐਂ ਆਇਆ ਹੁੰਦਾ ਕੰਨ 'ਚ। ਜਦੋਂ ਇਹ ਨਹੀਂ ਸੀ ਹੈਗਾ ਉਦੋਂ ਵੀ ਮਨੁੱਖ ਜ਼ਿੰਦਗੀ ਜਿਉਂਦਾ ਸੀ ਨਾ। ਬੋਲੋ ਭਾਈ, ਆਹ ਮੈਂ ਹੁਣ ਸਟੇਜ ਤੇ ਬੈਠਾ, ਮੇਰੀ ਬੋਡੀ ਮੇਰੇ ਕੋਲ ਨਹੀਂ ਹੈਗਾ, ਭਾਵੇਂ 3 ਘੰਟੇ ਬੈਠਾ ਰਵਾਂ, ਇਹ ਤੋਂ ਬਿਨਾਂ ਵੀ ਕਦੀ ਕਦੀ ਗੁਜ਼ਾਰਾ ਬੰਦੇ ਨੂੰ ਕਰਨਾ ਚਾਹੀਦਾ। ਪਰ ਅੱਜ ਮੈਂ ਨਹੀਂ ਆਂਦਾ ਇਹਦੀ ਜ਼ਰੂਰਤ ਬਣ ਗਈ ਹੈ ਤੇ ਲੋੜ ਹੈ, ਪਰ ਇੰਨੀ ਲੋੜ ਨਾ ਵਧਾਓ ਕਿ ਇਹ ਤੋਂ ਬਿਨਾਂ ਮੈਂ ਮਰ ਜਾਵਾਂ, ਇਹ ਤੋਂ ਬਿਨਾਂ ਮੇਰਾ ਸਾਹ ਹੀ ਸੁੱਕ ਜਾਏ। ਅੱਜ ਅਸੀਂ ਇਹਦੇ ਇੰਨੇ ਗੁਲਾਮ ਹੋ ਗਏ ਹਾਂ ਵੀ ਖਾਣਾ ਖਾਂਦਿਆਂ ਵੀ ਬੰਦੇ ਨੇ ਹੱਥ 'ਚ ਫੜਿਆ ਇੱਦਾਂ ਨਾਲ ਵੇਖ ਰਿਹਾ, ਇੱਦਾਂ ਖਾਣਾ ਖਾਂਦਿਆਂ ਨਾ ਬੱਚੇ ਕੋਲ ਬਹਿਣ ਦਾ ਟਾਈਮ ਹੈ, ਨਾ ਧੀ ਕੋਲ ਬਹਿਣ ਦਾ ਟਾਈਮ ਹੈ, ਨਾ ਕਿਸੇ ਨਾਲ ਗੱਲ ਕਰਨ ਦਾ ਵਕਤ ਹੈ। ਤੇ ਇੰਝ ਲੱਗਦਾ ਇਹ ਚੀਜ਼ਾਂ ਬੰਦੇ ਨੇ ਵਰਤਣ ਲਈ ਬਣਾਈਆਂ ਸੀ, ਪਰ ਇਹ ਸਾਰੀਆਂ ਚੀਜ਼ਾਂ ਬੰਦੇ ਨੂੰ ਵਰਤ ਰਹੀਆਂ ਨੇ, ਬੰਦੇ ਦਾ ਇਸਤੇਮਾਲ ਕਰ ਰਹੀਆਂ ਨੇ, ਬੰਦੇ ਨੂੰ ਆਪਣੇ ਮੁਤਾਬਕ ਢਾਲੀ ਜਾਂਦੀਆਂ ਨੇ, ਆਪਣੇ ਮੁਤਾਬਕ। ਜੇ ਸੱਚੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ ਤੇ ਅੱਜ ਇਸ ਗੱਲ ਨੂੰ ਸਮਝੋ। ਪਾਤਸ਼ਾਹ ਜੀ ਨੇ ਆਖਿਆ ਸੀ, ਸੁਖ ਨਾਹੀ ਬਹੁਤੇ ਧਨ ਖਾਟੈ, ਸੁਖ ਨਾਹੀ ਪੇਖੈ ਨਿਰਤ ਨਾਟੈ, ਬਹੁ ਦੇਸ਼ ਕਮਾਏ। ਬੜਿਆਂ ਦੇਸ਼ਾਂ ਦਾ ਤੂੰ ਮਾਲਕ ਬਣ ਜਾਏ, ਪਰ ਜੇ ਤੂੰ ਕਵੇਂ ਤੂੰ ਇਹਦੇ ਨਾਲ ਸੁਖੀ ਹੋ ਜਾਏਗਾ ਨਾ, ਫਿਰ ਮਹਾਰਾਜ ਸੋਖ ਕੇ ਤੇ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ। ਪਰਮੇਸ਼ਰ ਦੇ ਗੁਣ ਗਾਉਣ ਦਾ ਮਤਲਬ ਕੀ ਸੀ? ਆਪਣੀ ਜ਼ਿੰਦਗੀ 'ਚ ਗੁਣ ਧਾਰਨ ਕਰ ਲਾ। ਗੁਣਾਂ ਤੋਂ ਬਿਨਾਂ ਤੇਰੀ ਜ਼ਿੰਦਗੀ 'ਚ ਸੁੱਖ ਨਹੀਂ ਆ ਸਕਦਾ। ਦੁੱਧ ਬਿਨ ਧੇਨਾ, ਪੰਖ ਬਿਨ ਪੰਖੀ। ਗੁਣ ਬੜੀ ਵੱਡੀ ਚੀਜ਼ ਹੈ। ਗਾਂ ਦੁੱਧ ਦਿੰਦੀ ਹੋਵੇ ਤੇ ਕਿਸਾਨ ਉਹਦੀ ਨਾ ਖੁਰਲੀ 'ਚ ਰਾਤ ਨੂੰ ਵੀ ਪੱਠੇ ਪਾ ਕੇ ਸੌਂਦਾ, ਤੇ ਸਵੇਰੇ ਉੱਠ ਕੇ ਵੀ ਆਪ ਚਾਹ ਪਾਣੀ ਪੀਣ ਤੋਂ ਪਹਿਲਾਂ ਉਹਦੇ ਹੱਲ ਵੇਂਦਾ ਵੀ ਇਹਨੇ ਕੁਝ ਖਾਧਾ ਕਿ ਨਹੀਂ ਖਾਧਾ। ਤੇ ਗਾਂ ਮੱਝ ਗੁੰਮ ਹੋ ਜਾਏ ਤੇ ਲੱਭ ਕੇ ਲੈ ਕੇ ਆਉਂਦਾ, ਪਰ ਜੇ ਦੁੱਧ ਨਾ ਦਿੰਦੀ ਹੋਵੇ ਤੇ ਉਹਦਾ ਰੱਸਾ ਆਪੇ ਲਾ ਦਿੰਦਾ ਗਲੋਂ ਵੀ ਜਾ, ਕਿਉਂਕਿ ਉਹਦਾ ਸਤਿਕਾਰ ਉਹਦੇ ਦੁੱਧ ਕਰਕੇ। ਦੁੱਧ ਬਿਨ ਧੇਨ, ਪੰਖ ਬਿਨ, ਖੰਭਾਂ ਤੋਂ ਬਿਨਾਂ ਪੰਛੀ ਕਿਸੇ ਕੰਮ ਦਾ ਨਹੀਂ, ਦੁੱਧ ਤੋਂ ਬਿਨਾਂ ਗਾਂ ਕਿਸੇ ਕੰਮ ਦੀ ਨਹੀਂ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਭੁਜ ਕਾਮ ਨਾਹੀ। ਫਸਲ ਬੜੀ ਕਮਾਲ ਦੀ ਬੀਜੀ, ਪਰ ਜੇ ਵਕਤ ਨਾਲ ਪਾਣੀ ਨਾ ਮਿਲਿਆ ਫਸਲ ਕਿਸੇ ਕੰਮ ਦੀ ਨਹੀਂ। ਕਿਆ ਸੁਲਤਾਨ, ਸਲਾਮ ਵੀ ਹੋਣਾ। ਉਹ ਕਾਹਦਾ ਬਾਦਸ਼ਾਹ ਜਿਹਨੂੰ ਲੋਕ ਅੰਦਰੋਂ ਰਿਸਪੈਕਟ ਹੀ ਨਾ ਦਿੰਦੇ ਹੋਣ। ਅੰਧੀ ਕੋਠੀ ਤੇਰਾ ਨਾਮ ਨਾਹੀ। ਉਹ ਸਰੀਰ ਕਾਹਦਾ ਜਿਹਦੇ ਵਿੱਚ ਉਹਦਾ ਨਾਮ ਹੀ ਹੈ ਨਹੀਂ, ਜਿਹਦੇ ਵਿੱਚ ਉਹ ਆਪ ਹੀ ਨਹੀਂ ਰਹਿੰਦਾ। ਉਹ ਘਰ ਕਾਹਦਾ? ਘਰ ਲੋਕ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਕੋਈ ਰਹਿੰਦਾ ਹੋਵੇ, ਭਾਵੇਂ ਉਹ ਕੱਖਾਂ ਦਾ ਹੀ ਕਿਉਂ ਨਾ ਬਣਿਆ ਹੋਵੇ। ਵੱਡੇ ਵੱਡੇ ਘਰ ਜਦੋਂ ਲੋਕ ਲੱਗ ਜਾਂਦੇ ਨੇ, ਉਹਨਾਂ ਦੀਆਂ ਛੱਤਾਂ ਡਿੱਗ ਪੈਂਦੀਆਂ ਨੇ, ਉਹਨਾਂ ਦੇ ਦਰਵਾਜ਼ੇ ਖਰਾਬ ਹੋ ਜਾਂਦੇ ਨੇ, ਘਰ ਉਹਨੂੰ ਕਹਿੰਦੇ ਨੇ ਜਿਹਦਾ ਰੋਜ਼ ਦਰਵਾਜ਼ਾ ਖੁੱਲ੍ਹਦਾ ਤੇ ਰੋਜ਼ ਦਰਵਾਜ਼ਾ ਬੰਦ ਹੁੰਦਾ, ਵਰਤੋਂ 'ਚ ਆਉਂਦਾ। ਤੇ ਦਿਮਾਗ ਵੀ ਤਾਂ ਇੱਦਾਂ ਹੀ ਆ। ਦਿਮਾਗ ਵਰਤੀਏ ਆਪਣਾ, ਜਿੰਨਾ ਵਰਤੋਗੇ। ਪੁਰਾਣੇ ਬਜ਼ੁਰਗਾਂ ਦਾ ਮੈਥ ਕਿਉਂ ਤੇਜ਼ ਸੀ ਭਲਾ? ਕਦੇ ਨੋਟ ਕੀਤਾ ਤੁਸੀਂ? ਉਦੋਂ ਆਹ ਚੀਜ਼ਾਂ ਨਹੀਂ ਸੀ ਹੈਗੀਆਂ। ਉਹ ਮੂੰਹ ਜ਼ਬਾਨੀ ਹਿਸਾਬ ਕਿਤਾਬ ਕਰਦੇ ਸੀ। ਅੱਜ ਬੰਦੇ ਨੇ ਥੋੜ੍ਹੇ ਜਿਹੇ ਪੈਸਿਆਂ ਦਾ ਵੀ ਜੋੜ ਕਰਨਾ ਹੋਵੇ, ਭੱਜ ਕੇ ਮੋਬਾਈਲ 'ਚੋਂ ਕੈਲਕੂਲੇਟਰ ਕੱਢ ਕੇ ਹਿਸਾਬ ਲਾਉਂਦਾ। ਰੁਕ ਗਿਆ ਨਾ ਬ੍ਰੇਨ ਸਾਡਾ, ਉੱਥੇ ਰੋਕ ਲਿਆ ਸੀ। ਅਸੀਂ ਨਿੱਕੀ ਜਿਹੀ ਚੀਜ਼ ਦਾ ਹਿਸਾਬ ਕਿਤਾਬ। ਪੁਰਾਣੇ ਬਜ਼ੁਰਗ ਭਾਵੇਂ ਵਿਚਾਰੇ ਨਹੀਂ ਸੀ ਵੀ ਪੜ੍ਹੇ, ਉਹ 1 ਵੀਆ 2 ਵੀਆ 3 ਵੀਆ ਕਰਕੇ ਹੀ ਕਿੰਨਾ ਹਿਸਾਬ ਬਿਨਾਂ ਕਿਸੇ ਦੀ ਮਦਦ ਤੋਂ ਵੀ ਕਰ ਜਾਂਦੇ ਸੀ। ਹਰ ਚੀਜ਼ ਦੀ ਪ੍ਰੈਕਟਿਸ ਹੈ, ਅਭਿਆਸ ਹੈ। ਜਿੰਨਾ ਬਿਖ ਵਿਦਿਆ ਅਭਿਆਸ ਬਿਨ ਭੋਜਨ ਗਰਲ ਅਗਾਏ। ਅਭਿਆਸ ਤੋਂ ਬਿਨਾਂ ਵਿਦਿਆ ਜ਼ਹਿਰ ਬਣ ਜਾਂਦੀ ਹੈ ਤੇ ਖਾਧੇ ਉੱਤੇ ਖਾਣਾ ਜ਼ਹਿਰ ਬਣ ਜਾਂਦਾ ਹੈ। ਤੁਸੀਂ ਖਾਣਾ ਖਾ ਕੇ ਹਟੇ ਹੋ, ਤੁਹਾਨੂੰ ਕੁਝ ਬਾਰ-ਬਾਰ ਕਹੀ ਜਾਵੇ ਖਾ ਲਓ ਜੀ ਸਵਾਦ ਬੜਾ ਬਣਿਆ, ਖਾ ਲਓ ਜੀ ਸਵਾਦ ਬੜਾ ਬਣਿਆ। ਹੁਣ ਸਵਾਦ ਤੇ ਬੜਾ ਬਣਿਆ, ਪਰ ਅਗਲਾ ਅੱਗੇ ਜਗ੍ਹਾ ਹੈ ਨਹੀਂ, ਉਹ ਤੇ ਖਾ ਚੁੱਕਾ ਹੈ। ਪਰ ਕਈ ਵਾਰੀ ਕੋਈ ਜਿੱਦ ਕਰਕੇ ਅਗਲੇ ਨੂੰ ਕਿਸੇ ਨੂੰ ਖਵਾ ਦਿੰਦਾ, ਪਰ ਬੰਦਾ ਪਰੇਸ਼ਾਨ ਹੁੰਦਾ ਕਿ ਨਹੀਂ ਹੁੰਦਾ ਜੀ? ਬਾਅਦ 'ਚ ਬੋਲੋ ਜੀ, ਹੁੰਦਾ ਹੈ ਨਾ? ਬੋਲੋ ਭਾਈ। ਬਸ ਇੱਦਾਂ ਹੀ ਬਿਖ ਵਿਦਿਆ, ਬਿਖ ਬਣ ਗਈ ਵਿਦਿਆ ਅਭਿਆਸ ਬਿਨ। ਅਭਿਆਸ ਤੋਂ ਬਿਨਾਂ ਵਿਦਿਆ ਬਿਖ ਬਣ ਜਾਂਦੀ ਹੈ, ਜ਼ਹਿਰ ਬਣ ਜਾਂਦੀ ਹੈ। ਕਿਵੇਂ? ਬੰਦੇ ਨੂੰ ਹੰਕਾਰ ਹੋ ਜਾਂਦਾ, ਮੈਨੂੰ ਇੰਨਾ ਕੁਝ ਆਉਂਦਾ ਹੈ, ਪਰ ਅਭਿਆਸ ਨਹੀਂ ਕੀਤਾ। ਉਹ ਆਉਂਦਾ ਹੁੰਦਾ ਸੀ ਕਦੀ, ਭੁੱਲ ਗਿਆ ਸਮਾਂ ਪਾ ਕੇ, ਹੁਣ ਤੈਨੂੰ ਕੁਝ ਵੀ ਨਹੀਂ ਆਉਂਦਾ। ਅਭਿਆਸ ਬਹੁਤ ਜ਼ਰੂਰੀ ਹੈ, ਪ੍ਰੈਕਟਿਸ। ਰੋਜ਼ ਚੰਗੇ ਕੰਮਾਂ ਦਾ ਅਭਿਆਸ ਕਰੋ, ਚੰਗੇ ਗੁਣ ਜ਼ਿੰਦਗੀ 'ਚ ਧਾਰਨ ਕਰੋ। ਇਹ ਸਾਨੂੰ ਪਾਤਸ਼ਾਹ ਦੀ ਬਾਣੀ ਸਿਖਾਉਂਦੀ ਹੈ। ਤੇ ਗੁਰਦੇਵ ਜੀ ਕਹਿੰਦੇ ਨੇ, ਇੱਕ ਜੀਵਨ ਹੈ ਜਿਹੜਾ ਸੰਸਾਰ ਦੇ ਪਦਾਰਥਾਂ 'ਤੇ ਨਿਰਭਰ ਹੈ। ਬੰਦੇ ਕੋਲ ਰੋਟੀ ਹੋਵੇ, ਕੱਪੜਾ ਹੋਵੇ, ਮਕਾਨ ਹੋਵੇ, ਪਰ ਇੱਕ ਜੀਵਨ ਹੈ ਤੁਹਾਡੇ ਅੰਦਰ ਦਾ। ਅੰਦਰ ਨੂੰ ਜੀਵਨ ਦੇਣ ਵਾਲਾ ਦਾਤਾ ਗੁਰੂ ਰਾਹੀਂ ਮਿਲਦਾ ਹੈ, ਜਿਹਦੇ ਬਾਰੇ ਪਾਤਸ਼ਾਹ ਕਹਿੰਦੇ ਜਗ ਜੀਵਨ ਦਾਤਾ
ਪਾਇਆ। ਜਗਤ ਨੂੰ ਜੀਵਨ ਦੇਣ ਵਾਲਾ ਦਾਤਾ ਮੈਂ ਪਾ ਲਿਆ। ਤੇ ਪਾਉਣ ਲਈ ਕਿਹਦੇ ਕੋਲ ਆਉਣਾ ਪੈਣਾ ਹੈ? ਗੁਰੂ ਕੋਲ। ਗੁਰੂ ਉਸ ਦਾਤੇ ਬਾਰੇ ਜਾਣਕਾਰੀ ਦਿੰਦਾ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਬਿਨ ਸਤਿਗੁਰ ਕਿਨੈ ਨਾ ਪਾਇਓ। ਬਿਨਾਂ ਸਤਿਗੁਰ ਤੋਂ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ। ਹਾਂ ਅੱਛਾ, ਭਾਵੇਂ ਮਾਂ ਪ੍ਰਿੰਸੀਪਲ ਹੋਵੇ, ਪਿਤਾ ਪ੍ਰਿੰਸੀਪਲ ਹੋਵੇ, ਉਹਨਾਂ ਨੂੰ ਵੀ ਆਪਣੇ ਬੱਚੇ ਨੂੰ ਸਕੂਲ 'ਚ ਐਡਮਿਸ਼ਨ ਕਰਾਉਣੀ ਪੈਂਦੀ ਹੈ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਜੋ ਸਾਡਾ ਪੁੱਤ ਧੀ ਪੜ੍ਹ ਰਿਹਾ ਉਹਦੀ ਅਸੀਂ ਮਦਦ ਕਰ ਸਕਦੇ ਹਾਂ, ਪਰ ਜੋ ਡਿਸਿਪਲਿਨ ਉਹਨੇ ਸਕੂਲ ਵਿੱਚ ਜਾ ਕੇ ਸਿੱਖਣਾ ਅਸੀਂ ਘਰ ਨਹੀਂ ਸਿਖਾ ਸਕਦੇ। ਉੱਠਣਾ ਬੈਠਣਾ। ਤਾਂ ਹੀ ਗੁਰੂ ਰਾਮਦਾਸ ਮਹਾਰਾਜ ਨੂੰ ਕਹਿਣਾ ਪਿਆ ਸੀ, ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਛੁੱਧ ਨਾ ਹੋਈ। ਕਿੰਨੇ ਪਿਆਰੇ ਬਚਨ ਕੇ, ਹਰ ਹਰ ਕਰੈ ਨਿਤ ਕਪਟ ਕਮਾਵੈ ਹਿਰਦਾ ਸ਼ੁੱਧ ਨਾ ਹੋਈ। ਅਨ ਦਿਨ ਕਰਮ ਕਰੈ ਬਹੁ ਤੇਰੇ ਸੁਪਨੇ ਸੁਖ ਨਾ ਹੋਈ। ਗਿਆਨੀ ਗੁਰ ਬਿਨਾ ਭਗਤ ਨਾ ਹੋਈ। ਹੈ ਗਿਆਨੀ। ਕਿਹੜਾ ਗਿਆਨੀ? ਜਿਹੜਾ ਆਪਣੇ ਆਪ ਨੂੰ ਸਮਝ ਕੇ ਬੈਠਾ ਮੈਂ ਗਿਆਨੀ ਹਾਂ। ਇਹ ਅਗਿਆਨੀ ਨੂੰ ਕਹਿੰਦੇ ਗੱਲ ਫੱਬਦੀ, ਪਰ ਸ਼ਬਦ ਗਿਆਨੀ ਵਰਤਿਆ। ਪਤਾ ਕਿਉਂ? ਕਿਉਂਕਿ ਕਈ ਵਾਰੀ ਭੁਲੇਖਾ ਹੁੰਦਾ ਨਾ, ਮੈਨੂੰ ਸਭ ਕੁਝ ਪਤਾ ਹੈ। ਪਰ ਪਾਤਸ਼ਾਹ ਕਹਿੰਦੇ ਗਿਆਨੀ ਗੁਰ ਬਿਨਾ ਭਗਤ ਨਾ ਹੋਈ। ਹੈ ਗਿਆਨੀ, ਗੁਰੂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਕੋਰੇ ਰੰਗ ਕਦੇ ਨਾ ਚੜ੍ਹੈ। ਰੰਗ ਲਿਆ ਕੇ ਚੁੰਨੀਆਂ ਦੁਪੱਟੇ ਘਰੇ ਰੰਗ ਲੈਣ ਲੋਕ, ਜੇ ਸਾਰਾ ਕੁਝ ਆਪੇ ਹੀ ਆਉਂਦਾ ਹੋਵੇ ਤੇ। ਪਰ ਉਹ ਤੇ ਲਲਾਰੀ ਨੂੰ ਪਤਾ ਨਾ ਵੀ ਕਿੰਨਾ ਟੈਂਪਰੇਚਰ ਹੋਵੇ, ਕਿੱਦਾਂ ਰੰਗ ਪਾਉਣਾ, ਤੇ ਕਿੰਨਾ ਕੁ ਪਾਣੀ ਗਰਮ ਹੋਏਗਾ ਜਦੋਂ ਕੱਪੜਾ ਵਿੱਚ ਪਾਉਣਾ, ਤੇ ਕਿੰਨਾ ਟਾਈਮ ਵਿੱਚ ਰਹਿਣ ਦੇਣਾ ਹੈ। ਕੋਰੇ ਰੰਗ ਕਦੇ ਨਾ ਚੜ੍ਹੈ ਜੇ ਲੋਚੈ ਸਭ ਕੋਈ। ਸਾਰੀ ਦੁਨੀਆ ਲੋਚ ਰਹੀ ਹੈ, ਸਾਰੀ ਦੁਨੀਆ ਤੜਫ ਰਹੀ ਹੈ, ਪਰ ਪਾਤਸ਼ਾਹ ਜੀ ਕਹਿੰਦੇ ਨੇ ਕੋਰੇ ਰੰਗ ਦੇ ਨਾਲ, ਕੋਰੇ ਕੱਪੜੇ ਉੱਤੇ ਕਦੀ ਰੰਗ ਨਹੀਂ ਚੜ੍ਹਦਾ, ਉਹਨੂੰ ਪਾਹ ਲਾਉਣੀ ਪੈਂਦੀ ਹੈ, ਖੁੰਬ ਚਾੜਨਾ ਪੈਂਦਾ, ਫਿਰ ਜਾ ਕੇ ਉਹ ਕੱਪੜਾ ਰੰਗ ਫੜਦਾ। ਇੱਦਾਂ ਹੀ ਮਨ ਹੈ, ਇਹਨੂੰ ਵੀ ਪਹਿਲਾਂ ਪਾਹ ਲਾਉਣੀ ਪੈਣੀ ਹੈ, ਖੁੰਬ ਚਾੜਨੀ ਪੈਣੀ ਹੈ। ਮਹਾਰਾਜ ਕਿੱਦਾਂ ਚੜਾਈਏ? ਕਹਿੰਦੇ ਸੁਣੋ, ਸੱਚ ਕਾਲ ਕੂੜ ਵਰਤਿਆ। ਸੱਚ ਦਾ ਕਾਲ ਪੈ ਗਿਆ, ਕੂੜ ਵਰਤ ਗਿਆ। ਆ ਵੇਖਿਆ ਨਾ ਪਾਕਿਸਤਾਨ 'ਚ ਪਾਣੀ, ਹੜ੍ਹ ਆਏ, ਕਿੱਦਾਂ ਪਾਣੀ ਆਇਆ, ਤੇ ਕਿੱਦਾਂ ਪੰਜਾਬੀ ਸਾਡੇ ਵੀਰਾਂ ਨੇ ਮਦਦ ਕੀਤੀ। ਖਾਲਸਾ ਏਡ ਵਾਲੇ ਵੀ ਪਹੁੰਚਦੇ, ਹੋਰ ਜਥੇਬੰਦੀਆਂ ਵੀ ਪਹੁੰਚ ਗਈਆਂ, ਸੇਵਾਵਾਂ ਕਰ ਰਹੇ ਸਾਡੇ ਵੀਰ। ਉੱਥੋਂ ਦੇ ਲੋਕਲ ਵੀਰ ਵੀ ਉੱਥੇ ਪਹੁੰਚ ਗਏ ਸੇਵਾ ਕਰਨ ਵਾਸਤੇ। ਜਦੋਂ ਵੀ ਕਿਤੇ ਇੱਦਾਂ ਦੀ ਮਾਰ ਪੈਂਦੀ ਹੈ, ਭਾਵੇਂ JNK ਦੇ ਵਿੱਚ ਪਿੱਛੇ ਕੁਝ ਸਾਲ ਪਹਿਲਾਂ ਪਾਣੀ ਆ ਗਿਆ ਸੀ, ਰਾਤੋਂ ਰਾਤ ਹੀ ਪਾਣੀ ਭਰ ਗਿਆ ਘਰਾਂ ਵਿੱਚ, ਸਾਰੀ ਦੁਨੀਆ ਦੇ ਵਿੱਚ ਮੈਸੇਜ ਗਿਆ। ਪਰ ਪ੍ਰੋਬਲਮ ਇਹ ਹੈ, ਮੀਡੀਆ ਇਹ ਚੀਜ਼ ਕਦੀ ਨਹੀਂ ਵਿਖਾਏਗਾ। ਕਿਤੇ ਇੱਕ ਸਿੱਖ ਦੇ ਕੋਲੋਂ ਮਾੜੀ ਜਿਹੀ ਕਿਤੇ ਗਲਤੀ ਹੋ ਜਾਏ ਨਾ, ਉਹਦੀ 10 ਦਿਨ ਖਬਰ ਚਲਾਊ। ਪਰ ਜੇ ਸਿੱਖ ਕਿਸੇ ਨੂੰ ਭੁੱਖੇ ਨੂੰ ਲੰਗਰ ਛਕਾਊ, ਕਿਸੇ ਦੀ ਮਦਦ ਕਰੂ, ਉੱਥੇ ਮੀਡੀਆ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ, ਤਾਰਾਂ 'ਚ ਪ੍ਰੋਬਲਮ ਆ ਜਾਂਦੀ ਹੈ, ਪੱਤਰਕਾਰਾਂ ਨੂੰ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਸਿੱਖਾਂ ਦਾ ਇਹ ਪੱਖ ਸਮਾਜ ਦੇ ਸਾਹਮਣੇ, ਬੋਲੋ ਸਾਰੇ ਜੀ, ਜਾਵੇ ਵੀ ਇਹ ਚੰਗਾ ਕੰਮ ਵੀ ਕਰਦੇ ਨੇ। ਹੁਣ ਇਹ ਕਦੀ ਨਹੀਂ ਵਿਖਾਉਣਾ ਕਿ ਤੁਹਾਡੇ ਆਪਣੇ ਪੰਜਾਬੀ ਭਰਾ, ਆਪਣੇ ਵੀਰ ਇਕੱਲੇ ਇੱਕ ਦੇਸ਼ ਵਿੱਚ ਨਹੀਂ, ਨਾਲੇ ਇਹ ਵੀ ਇੱਕ ਥਾਂ 'ਤੇ ਨਹੀਂ। ਉਹ ਜਦੋਂ ਰੋਟੀ ਖਵਾਉਣ ਲੱਗਦੇ ਆ, ਸੇਵਾ ਕਰਨ ਲੱਗਦੇ, ਇਹ ਨਹੀਂ ਵੇਖਦੇ ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਕ੍ਰਿਸਚਨ ਹੈ, ਤੂੰ ਬੋਧੀ ਹੈ, ਤੂੰ ਕੌਣ ਹੈ, ਇਹ ਨਹੀਂ ਵੇਖਦੇ। ਹੁਣ ਜਦੋਂ ਸੱਚ ਦਾ, ਹੁਣ ਜਦੋਂ ਕਾਲ ਪੈਂਦਾ, ਭਾਵੇਂ ਪਾਣੀ ਜ਼ਿਆਦਾ ਆ ਜਾਏ ਤਾਂ ਕਾਲ ਪੈ ਗਿਆ, ਜੇ ਪਾਣੀ ਘਟ ਗਿਆ, ਬਾਰਿਸ਼ਾਂ ਨਾ ਹੋਈਆਂ ਤਾਂ ਵੀ ਕਾਲ ਪੈ ਗਿਆ। ਇੱਕ ਦੂਜਾ ਇਲਾਕਾ ਦੂਜੇ ਇਲਾਕੇ ਦੀ ਮਦਦ ਕਰਦਾ ਹੈ, ਕਰਦੇ ਆਏ ਨੇ। ਪਰ ਜਦੋਂ ਸੱਚ ਦਾ ਕਾਲ ਪੈ ਗਿਆ, ਕੌਣ ਮਦਦ ਕਰੂ ਬਈ? ਕਰੂ ਤੇ ਉਹ ਜਿਹਦੇ ਕੋਲ ਸੱਚ ਹੋਏਗਾ। ਇਸ ਲਈ ਪੈ ਹੀ ਸੱਚ ਦਾ ਕਾਲ ਗਿਆ। ਅਨਾਜ ਦਾ ਕਾਲ ਪਿਆ ਤੇ ਦੂਜੇ ਲੋਕਾਂ ਨੇ ਮਦਦ ਕਰਤੀ। ਇੱਥੇ ਪਾਤਸ਼ਾਹ ਨੇ ਸੱਚ ਕਾਲ ਪੈ ਗਿਆ, ਸੱਚ ਦਾ ਕਾਲ। ਹੁਣ ਮਦਦ ਕੌਣ ਕਰੂ? ਕਿਉਂਕਿ ਤਾਂ ਆਖਿਆ ਸੀ, ਹੁਣ ਤੇ ਰਾਖਿਆ ਬਾਪ ਨਾ ਮਾਹੀ। ਪੁੱਤ ਦੀ ਮਦਦ ਤੇ ਮਾਂ ਤਾਂ ਕਰੂ ਜੇ ਮਾਂ ਕੋਲ ਸੱਚ ਹੋਏਗਾ। ਤੇ ਉਹਨ ਤੇ ਰਾਖਿਆ ਮੀਤ ਨਾ ਭਾਈ। ਮਿੱਤਰ ਤਾਂ ਮਦਦ ਕਰੂ ਜੇ ਮਿੱਤਰ ਕੋਲ ਇਹ ਚੀਜ਼ ਹੋਏਗੀ। ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਜਿਨ੍ਹਾਂ ਪੰਜਾਂ ਨੇ
साडे अंदरों आत्मक सरमाया चोरी करके साडे अंदर काल पाया। इस काल नूं बन, ना मां ना भैन भरा ना दोस्त मित्रां कोलों पैना सवाए मेरे गुरु तो। सच काल कूड़ वरत्या कल कालख बेताल। वकारां दी कालख लगन करके बंदा बेताला हो गया। रागी सिंह गायन कर रहे सी ना, जिन्हों म्यूजिक की नॉलेज होंदी है, संगीत की, जे माड़ा जा भी कोई ताल तो खुंझ आए, विचे बैठा ਸਰੋਤਾ समझ आता भी ये ताल तो खुंझ गया, वो तो फिर ताल ते आजू। पर जो सच का काल पै जाए बंदा जिंदगी के ताल तो खुंझ जाता, ताल तो खुंझ जाता। सच काल, सारे बोलो सच काल कूड़ वरत्या। सच का काल पै गया, कूड़ वरत गया। कल कालख बेताल, कल की कालख लगी, वकारां की कालख लगी, बेताला हो गया। बीओ बीज पत लै गए अब क्यों उगवै दाल। एक वो सी जेड़े बीज बीज के इज्जत नाल समाज विच रहे, अब क्यों उगवै दाल। कहते हुण दसो दाल किदां उगू? चने दे 2 टोटे करोगे दाल बन गई। हुण दाल नूं जमीन च बीज के विखाओ, दाल उगती है? चना साबित होएगा तो उगेगा। कहते बंदिया जिवें चने दे 2 टोटे हो गए दाल बन गई, तेरे मन दे भी 2 टोटे हो गए। डबल माइंडेड है तू, कदी कहना आ करा तो कदी कहना आ करा, तू एक नहीं हैगा। अब क्यों उगवै दाल जे एक होए तां उगवै। जे एक होएगा तो उगेगा, जे चना साबित होएगा तो उगेगा, कणक का दाना साबित होएगा तो उगेगा, मक्की का दाना साबित होए तो उगेगा। तेरा मन भी एक होएगा तां तैनूं एक ओंकार नाल जोड़िया सी, फेर दे विच सच दी विचार उगेगी। तेरा तो मन ही डबल माइंडेड हो गया, तू तो 2 फाड़ कर बैठा, तू अद्धा इधर जाना है अद्धा इधर जाना है। अब क्यों उगवै दाल, हुण दस किद्दां उगेगी दाल? जे दाल नहीं उग सकती तेरे मन में पे जिहड़े चंगे विचार किद्दां उगणगे? क्योंकि तेरा मन साबित नहीं। बच्चा भी वो स्टडी च कामयाब होंदा जिहदा मन एक होवे, जे डबल माइंडेड होवे पढ़ाई च कामयाब नहीं हो सकता ना। उन्हें पूरा अपना मन स्कूल विच क्लास विच लाउणा पैंदा, हाज़र करना पैंदा। इदां ही सिख है, सिख नूं भी अपना मन अपनी सुरत शब्द ज्ञान विच जोड़नी पवेगी। भै विच खुंब चढ़ाई है, परमेश्वर दे भै विच इस मन दे कपड़े नूं खुंब चाढ़ो। श्रम पा धन होए, श्रम आ गया उद्यम, जिहड़ा आपां आरंभ च किहा सी उद्यम। उद्यमी बंदे नूं किसी कोलों भीख मंगण दी लोड़ नहीं। श्रम पा, श्रम दी पा ला ते परमेश्वर दे भौ विच इस मन नूं खुंब चढ़। भै विच खुंब चढ़ाई है, श्रम पा धन होए, नानक भगति जे रपै। ज्ञानी गुर बिन भगत न होए। भै विच खुंब चढ़ाई है, श्रम पा धन होए, नानक भगति जे रपै। फिर की होगा? कूड़ै सोए ना कोई। सोए कहते खबर नूं तेरे मन तक कूड़ दी झूठ दी वकारां दी सोए कहते खबर नूं खबर ही नहीं जानी तो तेरा मन पुठे बने जाऊ कितों। काल आपे मुक गया ना, काल नूं बन पै गया। ते गुरु तो बिना जग जीवन दाता नहीं मिलना, तो जग जीवन दाता ना मिले तेरे अंदर दा काल नहीं मुकना। इत्थे ते कूड़ अमावस आ, सच चंद्रमा दिसे नहीं कह चढ़िया। बिन सतगुर किनै ना पायो, बिन सतगुर किनै ना पाया। सारे बोलो बिन सतगुर किनै ना पायो। बिन सतगुर, किसी गल का वजन वधाउणा होवे उहनूं दोहर पाउणी पैंदी है। दोहर पाती, कहते बिन सतगुर किने ना पायो, किसी ने नहीं पाया अज तक। तो बिन सतगुर किने ना पाया, ना अज तक किसी ने बिना सतगुर तो वो जग जीवन दाता पाया ही है। सतगुर विच आप रखियोन
सतगुर विच अपना आप उन्हें रखिया वा, अपना आप टिकाया वा। सतगुर विच आप रखियो, कर प्रगट आँख सुनाया। ये गल प्रगट तौर पर जग जार करके सुना दी। सतगुर मिलिया सदा मुक्त है। जो सतगुर मिलता वा तो मनुख नूं वकारां वालों मुक्ति मिलती है। एक गल का ख्याल रखियो प्यारिओ, जिहड़ी मुक्ति है ना सिੱਖੀ विच जिउंदे जी आ। तो मुक्त होने तो पहला असीं ये वेखना सानूं बन्निया किहने। जिवें तुसीं किसे तुहाडे रात पेट 'च दर्द होवे, एक दिन होवे, 2 दिन होवे, 4 दिन होवे, 2 दिन ना होवे, 5 दिन फिर होवे, इदां आपां डॉक्टर को जाने आ मरीज नूं लैके अपने नूं, डॉक्टर साहब काफ़ी दिन हो गए आप पेट 'च दर्द हो रही है। फिर सियाणा डॉक्टर है ना, वो कल्ली मैडिसन दे के नहीं तुरदा हुंदा, भी पता तो कराइए भी दर्द है काहदी। वक्ती तौर पर कोई टैबलेट दे दी, पेन किलर दे दी, गल नहीं बननी। वो भला एक्सरा कराउंदा, फिर पता लगा कि इहदे गुरदे विच एक 9 mm दी, एक 5 mm दी, एक 12 mm दी 3 पत्थरियां ने। इहदी दर्द का कारण पत्थरी है, यानी कि पत्थरियां निकलणगियां तो दर्द खत्म होएगी। मुढ़ रब लिया ना, जड़ रब ली। फिर वो इलाज काहदा करदा? वो दर्द का इलाज नहीं करता, वो पत्थरी का इलाज करता। जो पत्थरी निकल गई दर्द आपे ठीक हो जानी है। हुण आपां कहने मुक्ति दे दिओ, मुक्ति दे दिओ, मुक्ति दे दिओ। महाराज कहते दे दिंदे आ, खलोते जा, पहला तैनूं दस ते दईए तैनूं बन्निया किहने, तैनूं तो ये ही नहीं पता तैनूं बन्निया किहने। एक बार असीं बरनाले समागम ते गए, उत्थे एक डॉक्टर वीर समागम च बैठा, मैनूं कहंदा भाई साहब जी एक मेरे दिमाग 'च ख्याल बार बार आउंदा, अजकल ना हर बंदा ही डॉक्टर बन गया। मैं कहा वो किवें? कहते साडे कोल ना कई मरीज इदां दे आउणगे, वो आण के कहणगे भाई साहब जी मेरा डॉक्टर साहब मेरा BP वध गया, मैनूं दवा इंजैक्शन ला दो। कहंदा मैं क्या तैनूं किवें पता तेरा BP वध गया? कहंदा जी मेरी गर्दन दर्द करदी है ते BP वधिया होना। कहंदा डॉक्टर तुसीं आ कि मैं आ? कहंदा नहीं डॉक्टर ते तुसीं आ। कहंदा मान लो तेरा वधिया BP, मैं घटन का इंजैक्शन ला दा, परिवार के मैंबर नाल लैओ, जे घटना वापर गई फिर? कहंदे तुसीं आण के सिर्फ ये दसो भी मेरी गर्दन दर्द हो रही है, ये असीं दसना कि गर्दन दर्द क्यों हो रही है। तुसीं ते घरे बैठे सारिਆਂ ने अंदाजे लाने शुरू कर दिते कि मेरा तो BP वधिया होया। कहंदे वो चैक किया, पता लगा कि किते सराहना मोटा लैके सौ गया सी, उहदा करके धौन आकड़ गई, BP वधिया नहीं सी, सगों BP टैंपरेचर घटिया सी। कहंदा बंदा आण के मैनूं कहंदा डॉक्टर साहब मेरा तो BP बड़ा हाई होया, मैनूं दवा इंजैक्शन ला दिओ। तो कहंदा भाई साहब तुहाडे नाल भी इंज ही वापरदा होना। मैं कहा साडे नाल भी इह तों वड्डा वापरदा, साडे नाल तो इंज वापरदा, बंदे नूं आउंदा कख नहीं, पर आण के इदां तुहाडे नाल विचारा करो जिवें सारे ग्रंथ उहने पढ़े हुंदे ने, सारियां पोथियां अखां थाणी कड्ढियां हुंदियां उहने, सारा कुछ उहनूं आउंदा हुंदा है। मतलब ये हिसाब ना चलो जे किसी ने पढ़िया होवे, कुछ को 2-4 अखर आउंदे होण ते गल करन च मज़ा भी आउंदा है, स्वाद आउंदा है। हुण कई वारी हुण तुहाडे च कोई टीचर भी बैठा होवे ते एक विद्यार्थी तुरिया जांदा, वो कहे टीचर साहब तुहाडे नाल मैं विचार करनी है। कहंदा काका कितनी क्लास च पढ़दा तूं? कहंदा काका तूं अजे नर्सरी च है। जो तुसीं किसी नाल विचार करनी तुहानूं माड़ा मोड़ ते पता होवे ना कि भाई इहनूं कुछ पता भी है। अच्छा जे तुसीं अगे विचार दित्ती उहने सुणनी नहीं, उहने अगे दलीलां देण लग पैणीਆਂ। दलीलां किहड़ियां? ਜਿਹੜੀਆਂ समाज ਵਿੱਚ इधरों दो सुनियां इधरों दो सुनियां, वो बाणी ਦੀਆਂ दलीलां नहीं। ਜਿਹੜੀ ਬਾਣੀ ਦੀ विचार है, विचार उत्थे करोगे जिथे विचार थोड़ी बहुती अगे हैगी है। विचार उत्थे तुरी जाती है जिथे विचार करन वास्ते अगला तुहाडी गल सुणन नूं भी पहलां तैयार होवे। जे बंदे ने अगले तुहाडी विचार सुननी नहीं, तुसीं उत्थे विचार की उत्थे हार के बंदा कहंदा भाई अपने को समा है नहीं, आपां फेर किते गलबात कर लांगे, आपां अगे चलीए। वो डॉक्टर साहब कहते अज भाई साहब हालात ये बने पे ने, हर बंदा अपने घर च निक्की निक्की बीमारी नूं इंज सोच के बैठा कि मैनूं तो आह रोग है। कहते सिर्फ तू अपना ये दस मेरी लत्त दुखदी है। दुखदी क्यों है डॉक्टर ने दसना है। तेरा गोडा दुखदा है, तेरा मोढा दुखदा है, ये दुखदा क्यों है? जे तैनूं घरे पता तू घरे इलाज कर ला। अज प्रॉब्लम इत्थे आ गई। इसे करके अज निक्कियां निक्कियां समस्यावां इदां ही धर्म की दुनिया च हो गया। जिहड़ा ग्रंथी प्रचारक जां लंबे टाइम तो इस बन्ने काम कर रहा, उन्होंने आण के एक बंदा कहेगा नहीं जी असीं ते गुरुद्वारे इदां मर्यादा निभाउणी है।
हर बंदा, तुसीं अपने घर की दीवार ते किसी नूं बिना वजह किल नहीं ठोकण दिंदे। नियाणे नूं तुहाडी घर की दीवार है, उत्ते नियाणा कहे जी इत्थे मैं किल ठोक के फोटो लाउण लगा, तो घर दे की आंदे, डैडी की आंदा नहीं इहदे नाल कंध दा रंग खत्म होएगा, कंध कमज़ोर होएगी, पुत्त इत्थे इत्थे फोटो चंगी नहीं लगनी। तो गुरुद्वारे बंदा कई वारी जिद करदा इत्थे फोटो लाउणी ते मैं इत्थे लाउणी है। घर दे विच मैं नहीं, घर दे विच मैनूं पता है कि मेरी कंध अपनी है, मेरी दीवार अपनी है, मेरे घर की खूबसूरती विगड़ती है। जो गुरुद्वारे आउणे आ उदों सारा कुछ मर्यादा भुल जाती है मैनूं। उत्थे मैं अपनियां विचारां इन्नियां उच्चे लै आउणा कि मैं अगले की गल सुनना ही नहीं चाहुंदा। हुण गुरु साहब जी इत्थे कहंदे ने भाई जे तूं आया तो गुरु दे कोलों विचार सुन, बिन सतगुर किने ना पायो, बिन सतगुर किने ना पाया, सतगुर विच आप रखियोन कर प्रगट आख सुनाया, सतगुर मिले सदा मुक्त है जिन विचों मोह चुकाया। हुण मुक्त की है, मुक्ति कित्थों लैनी है? आओ पहला गुरु नूं पुछिए सानूं बन्निया किहने। पातशाह कहंदे ने काम क्रोध लोभ मोह मन लीना। मन इन्हां 'च लीन होया पिया, मन इन्हां दे विच ही इहो जिहा बनया पिया। बंधन काट मुक्त गुर कीना। बंधन कट दिते ते मुक्ति दे दी। आ है बंधन, काम बंधन है जिहड़े तेनू तेरे अपने परिवार कोल नहीं बहन दिंदे शामां नूं। काम वासनावां बंधन ने बंदिया जिहड़े तेनू घर जाके भी अपने परिवार दे विच टिकण नहीं दिंदे। क्रोध बंधन है, मोह बंधन है जिहड़ा तेनू अपने परिवार विच त्रेड़ा पवातियां। मोह वैसे चिक्कड़ है, पंकज मोह है ना, पग नहीं चल है। हम देखा, सारे बोलो हम देखा। मोह एक ऐसा चिक्कड़ है जिहदे विच पूरा दे पूर डुब गए, गलतान हो गए, बर्बाद हो गए। मोह चिक्कड़ है। अच्छा मोह भी ना समय समय बदलता है। कदी मां ना हुंदा मोह, निक्के हुंदियां मां किते रिश्तेदार को गई होवे ते बच्चे बाहरले दरवाजे ते बैठे होंदे, मां नहीं आई। मोह प्यो ना हुंदा। फिर हौली हौली भरा ना होया, भैन ना मोह होया, ये मेरी भैन है, ये मेरा भरा वा। हुण मोह तुरिया जांदा अगे, जिवें दरिया नहीं हुंदे, कई वारी पैली विच ले लैंदे आ ते कई वारी पैली छड्डी जांदे दरिया। मोह भी इदां ही करदा। हुण मां भी हैगी आ, प्यो भी हैगा वा, भरा भी हैगे आ, भैणां भी हैगियां, पर अज मोह बदल गया। अज बच्चियां ना हो गया, अज पत्नी ना हो गया, अज सके बच्चे, सके भरा दे बच्चे दे मूँह चों कढ़ के अपने भरा दे बच्चे अपने बच्चे दे मूँह च पाउणा चाहुंदा है। भरा भी मारे कईयां तायां चाचियां ने, अपने भरावां दे बच्चे भी मारे। आ लुधियाणे दे लागे दी घटना सी ना, जिथे ताए वल्लों ही अपने भतीजे का कतल किया गया। समाज में किते इदां दे लोग मुक थोड़ा गए। अच्छा सारे ताए चाचे इक्को जिहे भी नहीं है, सारियां ताइयां चाचियां इक्को जिहियां भी नहीं हैगियां। बड़ियां ताइयां चाचियां इदां दियां भी हैगियां जिहड़ियां अपने मूँह चों कढ़ के अपनियां दराणियां जठाणी दे बच्चियां दे मूँह च पाउंदियां भी हैगियां ने। समाज में चंगे मनुख भी हैगे, एवरेज थोड़ी जी भावें घट हो सकती है। हुण मोह आ ना। अच्छा मोह ते प्यार च फर्क वेखना। चलो सुरत चमकौर साहब की गड्डी च लै चलीए, उत्थे मोह ते प्यार च अंतर वेखना चाहुंदे आपां। जे मोह हुंदा ते जिथे भाई दया सिंह ते धर्म सिंह मान सिंह नाल लैके गए, उत्थे जुझार सिंह नूं नाल लैके जा सकदे सी। अजीत सिंह तो चलो शहादत दा जाम पी गए सी बाबा जी, पर पातशाह दसना चाहुंदे सी दया सिंह धर्म सिंह मेरे वास्ते तुसीं सारे बराबर जी। ये थोड़ा भी ये मूँह च मैं कुछ होर पा देवांगा। इत्थे अज पंथक खाउण वाले अपने बच्चे पहलां सेफ जगह ते पहुँचा दिंदे ने भी इस अग विच साडा ना कोई लपेट विच आ जाए। अग लाउणी दूजिਆਂ ਦੇ घरां नूं बहुत सौखी है। इत्थे भाई लक्ष्मण सिंह वर्गे जदों ननकाणा साहब साका वापरदा अपना पुੱਤ नाल लैके जांदे ने, अपना परिवार नाल लैके जांदे ने। बाणी तुहाडे चों पढ़न वालियां मेरियां कई भैणां बैठियां होणगीਆਂ, कई मेरे वीर बुजुर्ग बैठे होणगे ने। बाणी च मोह नूं साड़न बारे पे लिखिया, प्यार नूं साड़न बारे नहीं लिखिया, क्योंकि मोह औगण है, प्यार गुण है।
ਜਾਲ ਮੋਹ ਕਸ ਮਸ ਕਰ। ਪਾਸ਼ਾ ਕਹਿੰਦੇ ਆਓ ਆਪਾਂ ਇੱਕ ਲੇਖ ਲਿਖੀਏ ਤੇ ਸ਼ਾਹੀ ਵੀ ਆਪਾਂ ਅੰਦਰੋਂ ਤਿਆਰ ਕਰ ਲਈ। ਜਿਵੇਂ ਰਾਤੀ ਸ਼ਬਦ ਵਿਚਾਰ ਕਰੀ ਵੀ ਤੇਲ ਵੀ ਅੰਦਰ ਹੈ ਤੇ ਦੀਵਾ ਵੀ ਅੰਦਰ ਹੀ ਹੈ ਤੇਰੇ, ਇਹ ਸ਼ਾਹੀ ਅੰਦਰ ਹੀ ਆ ਤੇਰੇ ਪਈ। ਜਾਲ ਮੋਹ ਨੂੰ ਸਾੜ ਦੇ, ਕਸ ਮਸ ਕਰ। ਮਸ ਕਹਿੰਦੇ ਸਿਆਹੀ ਨੂੰ, ਇਹਦੀ ਸਿਆਹੀ ਬਣਾਉਣੀ ਹੁਣ ਆਪਾਂ ਮੋਹ ਨੂੰ ਸਾੜ ਕੇ। ਮਤ ਕਾਗਦ ਕਰ ਸਾਰ, ਮਤ ਨੂੰ ਪੇਪਰ ਬਣਾ ਲਾ ਜੇ ਤੇ ਲਿਖਣਾ ਵਾ। ਲਿਖ ਨਾਮ ਸਲਾਹ ਲਿਖ, ਲਿਖੰਤ ਨਾ ਪਾਰਾਵਾਰ ਬਾਬਾ। ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ, ਤਿੱਥੇ ਹੋਏ ਸੱਚਾ ਨਿਸ਼ਾਨ। ਬਾਣੀ 'ਚ ਮੋਹ ਨੂੰ ਸਾੜਨ ਬਾਰੇ ਲਿਖਿਆ, ਪਿਆਰ ਨੂੰ ਨਹੀਂ। ਪਿਆਰ ਗੁਣ ਹੈ। ਪਿਆਰ ਆਪਣਾ ਨੁਕਸਾਨ ਕਰਾ ਕੇ ਵੀ ਕਿਸੇ ਦਾ ਸਵਾਰਨ ਲਈ ਸਾਨੂੰ ਕਹਿੰਦਾ ਹੈ। ਮੋਹ ਆਪਣਾ ਸਵਾਰਨ ਲਈ, ਕਿਸੇ ਲਈ ਵਿਗਾੜਨ ਲਈ ਕਹਿੰਦਾ ਵੀ ਇਹਦਾ ਵਿਗਾੜ ਦੇ, ਆਪਣਾ ਸਵਾਰ ਲਾ ਤੂੰ। ਮੋਹ ਨੇ ਕਿੰਨਿਆਂ ਦੇ ਘਰ ਤਬਾਹ ਕੀਤੇ ਨੇ। ਪਾਤਸ਼ਾਹ ਜੀ ਨੇ ਪਤਾ ਕੀ ਆਖਿਆ? ਬੰਦਿਆ ਤੇਰੇ ਅੰਦਰ 4 ਨਦੀਆਂ ਵਹਿੰਦੀਆਂ ਨੇ, 4 ਨਦੀਆਂ ਹਰ ਇੱਕ ਦੇ ਅੰਦਰ ਵਹਿੰਦੀਆਂ, ਸਾਰਿਆਂ ਦੇ ਅੰਦਰ ਨੇ। ਕਈ ਉਹਦੇ 'ਚ ਰੁੜ ਜਾਂਦੇ ਤੇ ਕਈ ਬਚ ਜਾਂਦੇ ਆ। ਉਹ ਕਿਹੜੀਆਂ ਕਿਹੜੀਆਂ? ਆਓ ਗਿਣੀਏ। ਹੰਸ, ਹਿੰਸਾ, ਹਿੰਸਕ ਹੋ ਜਾਣਾ। ਹੰਸ ਹੇਤ, ਹੇਤ ਕਹਿੰਦੇ ਮੋਹ। ਹੰਸ ਹੇਤ ਮੋਹ, ਕਿੰਨੇ ਪਿਆਰੇ ਸ਼ਬਦ ਹੁੰਦੇ। ਹੰਸ ਹੇਤ ਲੋਭ ਕੋਪ, ਲੋਭ ਕਹਿੰਦੇ ਲਾਲਚ ਨੂੰ, ਕੋਪ ਕਹਿੰਦੇ ਕ੍ਰੋਧ ਨੂੰ। 4 ਨਦੀਆਂ ਵਾ। ਹਿੰਸਕ ਹੋਣਾ, ਮੋਹਵਸ ਹੋਣਾ, ਲਾਲਚੀ ਹੋਣਾ ਤੇ ਕ੍ਰੋਧ ਵਿੱਚ ਆ ਜਾਣਾ। ਹੰਸ ਹੇਤ ਲੋਭ ਕੋਪ, 4 ਨਦੀਆਂ ਅੱਗ ਪਵੇਂ ਦੱਜੇ, ਜਿਹੜੇ 'ਚ ਪੈ ਜਾਂਦੇ ਉਹ ਸੜ ਜਾਂਦੇ ਆ। ਤੇ ਤਰੀਏ ਕਰਮੀ ਲੱਗ, ਜਿਹੜੇ ਸ਼ਬਦ ਨਾਲ ਜੁੜ ਜਾਂਦੇ ਆ ਉਹ ਇਹਨਾਂ ਨਦੀਆਂ 'ਚੋਂ ਸੜਨੋਂ ਰੁੜਨੋਂ ਬਚ ਜਾਂਦੇ ਆ। ਹੁਣ ਫੈਸਲਾ ਸਾਡਾ, ਅਸੀਂ ਇਸ ਨਦੀ 'ਚੋਂ ਆਪਣੇ ਆਪ ਨੂੰ ਬਚਾਉਣਾ ਹੈ ਕਿ ਨਹੀਂ ਬਚਾਉਣਾ। ਕਿਉਂਕਿ ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਕਿਸੇ ਨੂੰ ਦੋਸ਼ ਨਹੀਂ। ਜੇ ਮੈਂ ਚਾਹੁੰਦਾ ਤੇ ਮੈਂ ਇਸ ਨਦੀ ਤੋਂ ਆਪਣੇ ਆਪ ਨੂੰ ਬਚਾ ਸਕਦਾ। ਕਿੱਦਾਂ? ਗੁਰੂ ਦੇ ਵਿਚਾਰ ਸੁਣ ਕੇ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਮਾਨ ਮੋਹ। 9ਵੇਂ ਪਾਤਸ਼ਾਹ ਜੀ। मान मोह दोनों को पर हर, गोबिंद के गुण गावे। कहो नानक ए बेद को प्राणी, जीवन मुक्त कहावे। आ है जीवन मुक्त की डेफिनेशन। मान ते मोह, मान छड़ दे, मोह छड़ दे, खतरनाक चीज़ां ने। ये दोवें चीज़ां त्याग दे जे तू मुक्त होना चाहना है। सतगुर मिले है सदा मुक्त है, जिन विचों तेरे विचों मोह चुकाया। जिन विचों तेरे मोह ही चुकाता, मोह मुकाता। ते मोह चुकाउण लई पहलां गुरु ने अपने विचों ये चीज़ां बाहर कढियां। ताई ते अजीत सिंह ते बाबा फतेह सिंह को फर्क नहीं समझिया। ताई ते बाबा दया सिंह, बाबा धर्म सिंह, इन्हां सारे गुरु के प्यारे सिखां विच, साहिबजादियां विच कोई अंतर नहीं जानिया। क्योंकि नारायण नरपत नमस्कार है, ऐसे गुरु को बल बल जाइए आप मुक्त। वो पहला आप मुक्त है, फिर मैनू तारदा है। वो पहला आप मुक्त है, वो आप इन्हां बंधना तो आज़ाद है। तां उन्हें सिख नूं भी कहा तू भी आज़ाद हो सकता है। तो बंधन ही ने जिहड़े एक दूजे के लागे सानूं बहन नहीं देंदे, एक दूजे के लागे नहीं आउण देंदे। तो पातशाह जी कहते हैं उत्तम ए विचार है, दुनिया के सारिया विचारों चो सब तो श्रेष्ठ विचार पता केड़ा है? सब तो श्रेष्ठ उत्तम ए विचार है, जिन सच्चे स्यों चित लाया। जिन्हें सच्चे नाल चित ला लिया, जिन्हें सच्चे नाल चित जोड़ लिया। इहो ही तो जुड़ता नहीं। जिन्हें सच्चे नाल चित जुड़ गया फिर ही उन्होंने जगत नूं जीवन देने वाले दाते की अहमियत का पता लगू।
ਤੇ ਆਪਾਂ ਭਾਗਾਂ ਵਾਲੇ ਆ। ਅਸੀਂ ਐਸੇ ਮਹਾਨ ਸਤਿਗੁਰ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਹਨੇ ਸਾਡੀ ਜ਼ਿੰਦਗੀ ਦਾ ਮਨੋਰਥ ਪੂਰਾ ਕੀਤਾ, ਜਿਹਨੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਦਿੱਤਾ। ਕਿੱਦਾਂ ਅਸੀਂ ਵਹਿਮਾਂ, ਭਰਮਾਂ, ਪਖੰਡਾਂ, ਕਰਮ ਕਾਂਡਾਂ 'ਚੋਂ ਬਾਹਰ ਨਿਕਲ ਕੇ ਗੁਰੂ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜਿਹੜੀ 15 ਭਗਤਾਂ ਦੀ ਬਾਣੀ ਸੀ, ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਆਪ ਇਕੱਠੀ ਕੀਤੀ ਹੈ। ਉਹ ਬਾਣੀ ਸਾਰੀ ਬਾਬਾ ਲਹਿਣਾ ਜੀ ਨੂੰ, ਜਿੱਦਣ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਿੱਤੀ, ਉਹ ਸਾਰੀ ਬਾਣੀ ਉਹਨਾਂ ਦੇ ਹਵਾਲੇ ਕੀਤੀ। ਇੱਦਾਂ ਹੀ ਗੁਰੂ ਅੰਗਦ ਸਾਹਿਬ ਜੀ ਦੇ ਆਪਣੇ 63 ਸ਼ਲੋਕ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ, 15 ਭਗਤਾਂ ਦੀ ਬਾਣੀ ਗੁਰੂ ਅਮਰਦਾਸ ਜੀ ਕੋਲ ਆਈ। ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰੂ